ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 21 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਿਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡਿਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਇਕਬਾਲ ਸਿੰਘ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, 60% ਤੱਕ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ ਕਰੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਯੂਰਪੀਅਨ ਯੂਨੀਅਨ ਨੇ ਕਹਿੰਦੇ ਭਈ ਜੋ US ਟ੍ਰੇਡ ਡੀਲ ਆ ਉਸ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਹਾਲਟ ਕਰ ਦਿੱਤਾ ਹੈ, ਰੋਕ ਦਿੱਤਾ ਹੈਗਾ ਆ ਗ੍ਰੀਨਲੈਂਡ ਦੇ ਟੈਰਿਫ ਥ੍ਰੈਟ ਤੋਂ ਬਾਅਦ। ਇੱਕ ਟੌਪ ਦੇ ਜਿਹੜੇ ਯੂਰਪੀਅਨ ਟ੍ਰੇਡ ਆਫੀਸ਼ੀਅਲਸ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਬੜੇ ਹੀ ਤਾਕਤਵਰ ਰਿਟੈਲੀਏਟਰੀ ਮੈਜਰਸ ਜੋ ਆ ਉਹ ਇੰਸਟਾਲ ਕਰਨੇ ਪੈਣੇ ਹੈਗੇ ਆ, ਤਾਂ ਕਿ ਜਿਹੜਾ ਐਜ਼ ਉਹਨਾਂ ਨੇ ਮੈਂਸ਼ਨ ਕੀਤਾ ਵੀ ਯੂਰਪੀਅਨ ਯੂਨੀਅਨ ਟ੍ਰੇਡ ਵਜ਼ੂਕਾ, ਤਾਂ ਕਿ ਟਰੰਪ ਹੋਣਾ ਨੂੰ ਜਿਹੜਾ ਜਵਾਬ ਆ ਉਹ ਦਿੱਤਾ ਜਾ ਸਕੇ। ਜਿਸ ਹਿਸਾਬ ਦੇ ਨਾਲ ਕਹਿੰਦੇ ਵੀ ਥ੍ਰੈਟਸ ਆ ਰਹੀਆਂ ਹੈਗੀਆਂ, ਕੰਟੀਨਿਊ ਚੱਲ ਰਹੀਆਂ ਗ੍ਰੀਨਲੈਂਡ ਦੇ ਅਗੇਂਸਟ ਤੇ ਡੈਨਮਾਰਕ ਦੇ ਅਗੇਂਸਟ, ਤੇ ਯੂਰਪੀਅਨ ਅਲਾਈਜ਼ ਜਿਹੜੇ ਆ ਉਹ ਕਹਿ ਰਹੇ ਆ ਵੀ ਸਾਡੇ ਕੋਲ ਕੋਈ ਹੁਣ ਆਲਟਰਨੇਟਿਵ ਨਹੀਂ ਹੈਗਾ, ਤੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਟ੍ਰੇਡ ਡੀਲ ਆ ਉਸ ਨੂੰ ਸਸਪੈਂਡ ਕਰਨਾ ਹੀ ਇੱਕ ਆਲਟਰਨੇਟਿਵ ਹੈਗਾ। ਜਦੋਂ ਤੱਕ US ਡਿਸਾਈਡ ਨਹੀਂ ਕਰਦਾ ਵੀ ਆਪਾਂ ਕੋਆਪਰੇਸ਼ਨ ਦੇ ਨਾਲ ਜਿਹੜਾ ਚੱਲਣਾ ਹੈਗਾ ਆ, ਉਦੋਂ ਤੱਕ ਆਪਾਂ ਅੱਗੇ ਫਾਰਵਰਡ ਨਹੀਂ ਹੋ ਸਕਦੇ ਹੈਗੇ। ਕਹਿੰਦੇ ਵੀ ਸਾਡੀ ਜਿਹੜੀ ਸੋਵਰਨਟੀ ਆ ਤੇ ਟੈਰੀਟੋਰੀਅਲ ਇੰਟੈਗ੍ਰਿਟੀ ਆ, ਉਹ ਇੱਕ ਤਰ੍ਹਾਂ ਦੇ ਨਾਲ ਸਟੇਕ ਦੇ ਉੱਤੇ ਆ। ਉਹਨਾਂ ਨੇ ਕਿਹਾ ਵੀ ਬਿਜ਼ਨਸ ਐਜ਼ ਯੂਜ਼ੁਅਲ ਇਜ਼ ਇੰਪੋਸੀਬਲ। ਸੋ ਵੀ ਰਿਲੇਸ਼ਨ ਵਾਲੇ ਗੁੱਡ ਨਹੀਂ ਚੱਲ ਰਹੇ ਹੈਗੇ, ਕਿਉਂਕਿ US ਨੇ ਇਹ ਕਿਹਾ ਸੀ, ਪ੍ਰੈਜ਼ੀਡੈਂਟ ਟਰੰਪ ਹੋਣਾ ਨੇ, ਵੀ ਯੂਰਪੀਅਨ ਯੂਨੀਅਨ ਦੇ ਉੱਤੇ 15% ਜਿਹੜਾ ਟੈਰਿਫ ਆ ਉਹ ਹੋਰ ਲਾ ਦੇਣਗੇ ਜੇ ਉਹ ਸਾਥ ਨਹੀਂ ਦਿੰਦੇ ਯੂਰਪੀਅਨ ਯੂਨੀਅਨ ਦੇ ਮੁਲਕ ਅਮਰੀਕਾ ਦਾ ਗ੍ਰੀਨਲੈਂਡ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਦੇ ਸਬੰਧ ਦੇ ਵਿੱਚ। ਯੂਰਪੀਅਨ ਯੂਨੀਅਨ ਦੇ ਨਾਲ $1.5 ਟ੍ਰਿਲੀਅਨ ਵਰਥ ਆਫ ਗੁੱਡਸ ਦੀ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਟ੍ਰੇਡਿੰਗ ਹੁੰਦੀ ਹੈਗੀ ਆ। ਇਹ ਸਨ 2024 ਦਾ ਦੱਸਿਆ ਗਿਆ ਆ। US $600 ਬਿਲੀਅਨ ਦੀਆਂ ਗੁੱਡਸ ਇੰਪੋਰਟ ਕਰਦਾ ਹੈਗਾ ਆ ਹਰ ਸਾਲ। ਯੂਰਪੀਅਨਸ $360 ਬਿਲੀਅਨ ਦੇ ਯੂਰਪੀਅਨ US ਦੇ ਜਿਹੜੀਆਂ ਗੁੱਡਸ ਆ ਉਹਨਾਂ ਨੂੰ ਬਾਈ ਕਰਦੇ ਹੈਗੇ ਆ। ਸੋ ਟਰਨ ਵੈਰੀ ਡੀਲ ਕਰਕੇ ਜੋ ਯੂਰਪੀਅਨ ਕਮਿਸ਼ਨ ਨੇ ਇਹ ਕਿਹਾ ਹੈਗਾ, ਸੋ ਸਾਨੂੰ ਰੀਸਟੋਰ ਕਰਨੀ ਪੈਣੀ ਆ ਸਟੇਬਿਲਿਟੀ ਤੇ ਪ੍ਰੈਡਿਕਟੇਬਿਲਿਟੀ। ਸੋ ਕਹਿੰਦੇ ਵੀ ਪੋਲਿਟਿਕਸ ਦੇ ਵਿੱਚ ਇਨ ਬਿਜ਼ਨਸ ਡੀਲ ਇਜ਼ ਅ ਡੀਲ। ਇਹ ਮੌਂਡਰ ਲਿਓਨ ਜੋ ਆ ਉਹਨਾਂ ਨੇ ਵਰਲਡ ਇਕਨੋਮਿਕ ਫੋਰਮ ਜੋ ਡੈਵੋਸ ਦੇ ਵਿੱਚ ਹੋ ਰਹੀ ਹੈ ਸਵਿਟਜ਼ਰਲੈਂਡ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ ਜਦੋਂ ਦੋਸਤ ਹੱਥ ਮਿਲਾਉਂਦੇ ਆ ਤੇ ਉਹਦਾ ਕੋਈ ਮਤਲਬ ਹੁੰਦਾ ਹੈਗਾ ਆ, ਇਹ ਨਹੀਂ ਵੀ ਤੁਸੀਂ ਬਾਅਦ ਦੇ ਵਿੱਚ ਜਿਹੜਾ ਆ ਤੁਸੀਂ ਉਹਨਾਂ ਦੀ ਜਿਹੜਾ ਬਾਂਹ ਆ ਉਹ ਵੀ ਮਰੋੜੀ ਜਾਓ। ਪ੍ਰੈਜ਼ੀਡੈਂਟ ਟਰੰਪ ਹੁਣੀ ਵੀ ਉੱਥੇ ਬੋਲੇ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਦੀ ਜਿਹੜੀ ਫੋਰਸ ਆ ਉਹ ਨਹੀਂ ਯੂਜ਼ ਕਰਾਂਗੇ ਗ੍ਰੀਨਲੈਂਡ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਦੇ ਲਈ। ਤੇ ਉਹਨਾਂ ਨੇ ਜੋ 10% ਦੀ ਟੈਰਿਫ ਦੀ ਥ੍ਰੈਟ ਹੈਗੀ ਆ ਫਰਵਰੀ ਪਹਿਲੀ ਤੋਂ, ਉਹਦੇ ਬਾਰੇ ਗੱਲਬਾਤ ਨਹੀਂ ਕੀਤੀ ਹੈਗੀ। ਜੀ ਜੀ ਬਿਲਕੁਲ। ਸੋ ਸੁੱਖ ਦਾ ਸਾਹ ਕਹਿ ਸਕਦੇ ਹਾਂ ਵੀ ਗ੍ਰੀਨਲੈਂਡ ਵਾਲਿਆਂ ਨੂੰ ਇਸ ਐਂਗਲ ਤੋਂ ਜ਼ਰੂਰ
ਮਿਲਿਆ ਹੋਊਗਾ ਵੀ ਭਾਈ ਇਹਨਾਂ ਨੇ ਮਿਲਟਰੀ ਫੋਰਸ ਜਿਹੜੀ ਉਹ ਨਹੀਂ ਵਰਤਣੀ ਹੈਗੀ। ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕੱਲ੍ਹ ਦੀ ਜਿਹੜੀ ਮਾਰਕ ਕਾਰਨੀ ਦੀ ਸਪੀਚ ਆ, ਉਹਨੇ ਵੀ ਕਿਤੇ ਨਾ ਕਿਤੇ ਪਲੜੇ ਆ ਉਹ ਥੋੜ੍ਹੇ ਜਿਹੇ ਚੇਂਜ ਕੀਤੇ ਆ। ਬੜੀ ਉਸਨੇ ਧਮਾਕੇਦਾਰ ਇੱਕ ਹਿਸਾਬ ਦੇ ਨਾਲ ਸਪੀਚ ਜਿਹੜੀ ਮਾਰਕ ਕਾਰਨੀ ਹੋਣਾ ਨੇ ਦਿੱਤੀ। ਉਹਨਾਂ ਨੇ ਅਮਰੀਕਾ ਦਾ ਨਾਂ ਲਏ ਬਗੈਰ ਹੀ ਇੱਕ ਹਿਸਾਬ ਦੇ ਨਾਲ ਕਿਹਾ ਵੀ ਇਹ ਜਿਹੜੀਆਂ ਜ਼ਿੰਮੇਵਾਰੀਆਂ ਅਮਰੀਕਾ ਦੇ ਸਿਰ ਤੇ ਉੱਤੇ ਸੀਗੀਆਂ ਵੀ ਉਹ ਹੁਣ ਪੂਰੀਆਂ ਨਹੀਂ ਕਰ ਰਿਹਾ, ਤੇ ਜਿਹੜੇ ਟੈਰਿਫਸ ਆ ਤੇ ਇਸ ਤਰੀਕੇ ਦੇ ਇਕਨੋਮਿਕ ਜਿਹੜੀਆਂ ਚੀਜ਼ਾਂ ਆ ਉਸ ਨੂੰ ਪਿਆਦਾ ਬਣਾ ਕੇ ਮੁਲਕਾਂ ਦੇ ਉਲਟ ਵਰਤ ਰਿਹਾ ਆ। ਤੇ ਉਹਨਾਂ ਨੇ ਮਿਡਲ ਪਾਵਰਸ ਆ, ਮਿਡਲ ਕੰਟਰੀਜ਼ ਜਿਹੜੀਆਂ ਆ ਜਾਣੀ ਕਿ ਜਿਹੜੀਆਂ ਅਜੇ ਪੂਰੀ ਤਰ੍ਹਾਂ ਇਦਾਂ ਇਕਨੋਮਿਕਲੀ ਪੂਰੀਆਂ ਡਿਵੈਲਪਡ ਨਹੀਂ ਆ, ਦੂਜਿਆਂ ਦੇ ਉੱਤੇ ਡਿਪੈਂਡੈਂਟ ਆ, ਵੀ ਕਹਿੰਦੇ ਵੀ ਸਾਨੂੰ ਆਪਸ ਦੇ ਵਿੱਚ ਵਧੀਆ ਜਿਹੜਾ ਉਹ ਕੰਮ ਕਰਨਾ ਪੈਣਾ ਆ। ਓਵਰਆਲ ਜੇ ਦੇਖਿਆ ਜਾਵੇ ਅਮਰੀਕਾ ਦੇ ਵਿੱਚ ਬਾਈ ਪਾਰਟੀਜ਼ਨ ਸਪੋਰਟ ਸੀਗੀ ਇਸ ਚੀਜ਼ ਦੇ ਲਈ ਵੀ ਗ੍ਰੀਨਲੈਂਡ ਦੇ ਉੱਤੇ ਹਮਲਾ ਨਾ ਕੀਤਾ ਜਾਵੇ, ਉਸ ਦੀ ਜਿਹੜੀ ਪ੍ਰਭੂ ਸੱਤਾ ਆ ਉਸ ਦਾ ਸਨਮਾਨ ਜਿਹੜਾ ਉਹ ਰੱਖਿਆ ਜਾਵੇ। ਇੱਕ ਵਫਦ ਵੀ ਡੈਨਮਾਰਕ ਵਾਲਿਆਂ ਨੂੰ ਕੋਪਨਹੇਗਨ ਦੇ ਵਿੱਚ ਪਿਛਲੇ ਹਫ਼ਤੇ 'ਚ ਮਿਲਿਆ ਸੀਗਾ। ਰਾਸ਼ਟਰਪਤੀ ਟਰੰਪ ਨੇ ਅੱਜ ਵਰਲਡ ਇਕਨੋਮਿਕ ਫੋਰਮ ਡੇਵੋਸ ਦੇ ਵਿੱਚ ਇਹ ਭਾਸ਼ਣ ਦਿੰਦਿਆਂ ਹੋਇਆਂ ਜਿੱਦਾਂ ਤੁਸੀਂ ਦੱਸਿਆ ਵੀ ਕਹਿੰਦੇ ਵੀ ਨਾਓ ਐਵਰੀਵਨ ਸੇਇੰਗ ਓ ਗੁੱਡ, that's probably the biggest statement I made because people thought I would use force. I don't have to use force. I don't want to use force. I won't use force. ਸੋ ਉਹਨਾਂ ਨੇ ਕਿਹਾ ਵੀ ਅੱਜ ਦੀ ਇੱਕ ਹਿਸਾਬ ਦੇ ਨਾਲ ਵੀ ਚਲ ਸਾਰਿਆਂ ਨੇ ਕਿਹਾ ਵੀ ਬਹੁਤ ਚੰਗੀ ਗੱਲ ਆ ਵੀ ਬੜੀ ਵੱਡੀ ਸਟੇਟਮੈਂਟ ਉਹਨਾਂ ਨੇ ਅੱਜ ਜਿਹੜੀ ਦਿੱਤੀ ਆ, ਜਿੱਤੇ ਲੋਕ ਕਹਿੰਦੇ ਸੋਚਦੇ ਸੀਗੇ ਵੀ ਮੈਂ ਮਿਲਟਰੀ ਤਾਕਤ ਦੀ ਜਿਹੜੀ ਵਰਤੋਂ ਕਰ ਸਕਦਾ ਹੈ। ਕਹਿੰਦੇ ਵੀ ਮੈਨੂੰ ਲੋੜ ਨਹੀਂ ਆ ਤਾਕਤ ਵਰਤਣ ਦੀ, ਮੈਂ ਜਿਹੜੀ ਆ ਉਹ ਵਰਤਣੀ ਨਹੀਂ ਚਾਹੁੰਦਾ ਤੇ ਨਾ ਹੀ ਮੈਂ ਜਿਹੜੀ ਇਹ ਤਾਕਤ ਨੂੰ ਵਰਤੂੰਗਾ। ਕੱਲ੍ਹ ਹੀ ਜਿਹੜੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੇ ਆਪਣੇ ਵਸਨੀਕਾਂ ਨੂੰ ਕਿਹਾ ਸੀਗਾ ਵੀ ਮਿਲਟਰੀ ਇਨਵੇਜਨ ਦੇ ਲਈ ਆਪਣੇ ਆਪ ਨੂੰ ਤੁਸੀਂ ਤਿਆਰੀ ਕਰੋ। ਆਪਣੇ ਉਹਨਾਂ ਨੇ ਮਹਿਕਮਿਆਂ ਨੂੰ ਵੀ ਉਸ ਬਾਬਤ ਤਿਆਰੀ ਕਰਨ ਦੇ ਲਈ ਆਦੇਸ਼ ਦੇ ਦਿੱਤੇ ਸੀਗੇ। ਉਹਨਾਂ ਨੇ ਇਹ ਕਿਹਾ ਸੀਗਾ ਵੀ ਮੈਨੂੰ ਲੱਗਦਾ ਤਾਂ ਨਹੀਂ ਵੀ ਮਿਲਟਰੀ ਐਕਸ਼ਨ ਜਿਹੜਾ ਆ ਉਹ ਆਊਗਾ, ਬਟ ਕਹਿੰਦੇ ਆ ਵੀ ਚਲੋ ਸੰਭਾਵਨਾਵਾਂ ਦੇ ਲਈ ਆਪਾਂ ਨੂੰ ਰੈਡੀ ਜਿਹੜਾ ਉਹ ਰਹਿਣਾ ਚਾਹੀਦਾ ਆ। ਕਹਿੰਦੇ ਵੀ ਟਰੰਪ ਹੁਣਾਂ ਨੇ ਇਸੇ ਭਾਸ਼ਣ ਦੇ ਵਿੱਚ ਕਿਹਾ ਵੀ ਕਹਿੰਦੇ ਵੀ ਮੈਂ ਬਹੁਤ ਇੱਜ਼ਤ ਕਰਦਾ ਆ, ਟਰਮੈਂਡਸ ਰਿਸਪੈਕਟ ਆ ਗ੍ਰੀਨਲੈਂਡ ਤੇ ਡੈਨਮਾਰਕ ਦੇ ਲੋਕਾਂ ਦੇ ਲਈ, ਟਰਮੈਂਡਸ ਰਿਸਪੈਕਟ। ਕਹਿੰਦੇ ਪਰ ਨਾਟੋ ਦੇ ਜਿੰਨੇ ਵੀ ਮੁਲਕ ਨੇ ਐਲਾਈਜ਼ ਨੇ ਉਹਨਾਂ ਦੀ ਇੱਕ ਓਬਲੀਗੇਸ਼ਨ ਜ਼ਿੰਮੇਵਾਰੀ ਜਿਹੜੀ ਉਹ ਬਣਦੀ ਆ ਵੀ ਉਹ ਆਪਣੀ ਟੈਰੀਟਰੀ ਨੂੰ ਖੁਦ ਡਿਫੈਂਡ ਜਿਹੜਾ ਉਹ ਕਰ ਸਕਣ। ਕਹਿੰਦੇ ਵੀ ਇਹ ਫੈਕਟ ਆ ਵੀ no nation or groups of nation is in any position to be able to secure Greenland other than the United States. We are a great power. ਨਾਲੇ ਪਹਿਲੋਂ ਕਹਿਤਾ ਵੀ ਆਪਾਂ ਹਮਲਾ ਵੀ ਨਹੀਂ ਕਰਾਂਗੇ ਤੇ ਨਾਲੇ ਇਹ ਵੀ ਕਹਿ ਦਿੱਤਾ ਵੀ ਕੋਈ ਵੀ ਇਦਾਂ ਦਾ ਮੁਲਕ ਨਹੀਂ ਹੈਗਾ ਜਾਂ ਮੁਲਕਾਂ ਦਾ ਕੋਈ ਸੰਗ੍ਰਹਿ ਇਦਾਂ ਦਾ ਨਹੀਂ ਹੈਗਾ ਜਿਹੜਾ ਗ੍ਰੀਨਲੈਂਡ ਨੂੰ ਆਪਣੇ ਅਧੀਨ ਜਿਹੜਾ ਉਹ ਕਰ ਸਕਦਾ ਅਦਰ ਦੈਨ US, ਵੀ ਸਾਡੇ ਤੋਂ ਬਗੈਰ ਹੋਰ ਕੋਈ ਨਹੀਂ ਜਿਹੜਾ ਉਹ ਹੈਗਾ ਵੀ ਸਾਡੀ ਤਾਕਤ ਐਡੀ ਕੁ ਤਗੜੀ ਜਿਹੜੀ ਉਹ ਹੈਗੀ ਆ। ਸੋ ਵੀ ਵਾਂਟ ਅ ਪੀਸ ਆਫ ਆਈਸ for world protection and they won't give it. We never asked for anything else, so they have a choice. You can say yes or we will and we will be very appreciative, or you can say no and we will remember. So ਕਹਿੰਦੇ ਵੀ ਅਸੀਂ ਤਾਂ ਬਰਫ਼ ਦਾ ਟੁਕੜਾ ਇੱਕ ਮੰਗ ਰਹੇ ਆ ਵੀ ਇਹ ਸਾਨੂੰ ਦਿੰਦੇ ਨਹੀਂ ਆ, ਤੇ ਕਹਿੰਦੇ ਵੀ ਹੋਰ ਤਾਂ ਅਸੀਂ ਕਦੀ ਕੁਝ ਮੰਗਿਆ ਹੀ ਨਹੀਂ, ਤੇ ਤੁਹਾਡੀ ਆਪਣੀ ਇੱਛਾ ਹੈਗੀ ਆ ਤੇ ਜੇ ਤੁਸੀਂ ਯੈਸ ਕਰ ਦੋਗੇ ਤਾਂ ਅਸੀਂ ਤੁਹਾਡੇ ਬੜੇ ਧੰਨਵਾਦੀ ਆ, ਐਪਰੀਸ਼ੀਏਟਿਵ ਹੋਵਾਂਗੇ, ਤੇ ਜੇ ਤੁਸੀਂ ਨਾ ਕਰੋਗੇ ਤਾਂ ਅਸੀਂ ਹਮੇਸ਼ਾ ਇਸ ਨਾਂ ਨੂੰ ਚੇਤਾ ਜਿਹੜਾ ਉਹ ਰੱਖਾਂਗੇ। ਸੋ ਡੇਵਸ ਪਹੁੰਚਣ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ 10% ਜਿਹੜੇ ਟੈਰਿਫ ਆ ਉਹਨਾਂ ਮੁਲਕਾਂ ਦੇ ਉੱਤੇ ਲਾਏ ਸੀਗੇ, 8 ਯੂਰਪੀਅਨ ਕੰਟਰੀਜ਼ ਦੇ ਉੱਤੇ ਜਿਨ੍ਹਾਂ ਨੂੰ ਗ੍ਰੀਨਲੈਂਡ ਅਮਰੀਕਾ ਜਿਹੜਾ ਗ੍ਰੀਨਲੈਂਡ ਨੂੰ ਹਥਿਆ ਲਵੇ ਉਸ ਤੋਂ ਹਰਜ ਸੀਗਾ, ਤੇ 1 ਫਰਵਰੀ ਤੋਂ ਚਾਲੂ ਹੋਣਗੇ। ਤੇ ਇਹ ਕਹਿੰਦੇ ਵੀ 1 ਜੂਨ ਤੋਂ ਇਹ ਟੈਰਿਫ 10% ਤੋਂ ਜਿਹੜੇ ਵਧਣੇ ਆ ਉਹ ਫਿਰ ਹੋਰ ਵੱਧ ਕੇ 25% ਟੈਰਿਫ ਜਿਹੜੇ ਓਵਰਆਲ ਇਨਕਰੀਜ਼ 1 ਜੂਨ ਤੱਕ ਹੋ ਜਾਣਗੇ। ਸੋ ਜਿੰਨੀ ਦੇਰ ਤੱਕ US ਗ੍ਰੀਨਲੈਂਡ ਨੂੰ ਕਹਿੰਦੇ ਵੀ ਪਰਚੇਜ਼ ਨਹੀਂ ਕਰ ਲੈਂਦਾ। ਸੋ ਡੈਵਸ ਦੇ ਵਿੱਚ ਅੱਜ ਰਾਸ਼ਟਰਪਤੀ ਟਰੰਪ ਦਾ ਸੁਰ ਥੋੜਾ ਜਿਹਾ ਜਿਹੜਾ ਉਹ ਬਦਲਿਆ ਆ, ਦੇਖਦੇ ਹੋਏ ਵੀ ਪੁਸ਼ ਬੈਕ ਉਹਨਾਂ ਨੂੰ ਬਹੁਤ ਜ਼ਿਆਦਾ ਮਿਲ ਰਿਹਾ। ਤੇ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਸ਼ੁਰੂਆਤ ਦੇ ਵਿੱਚ ਪਹਿਲੀ ਖਬਰ ਕੀਤੀ ਵੀ EU ਨੇ US ਦੇ ਨਾਲ ਜਿਹੜੀ ਟ੍ਰੇਡ ਡੀਲ ਆ ਉਸ ਨੂੰ ਹਰੀ ਝੰਡੀ ਦੇਣ ਦੇ ਉੱਤੇ ਹਾਲ ਦੀ ਘੜੀ ਰੋਕ ਲਗਾ ਦਿੱਤੀ ਆ। ਕੱਲ EU ਦੀ ਜਿਹੜੀ ਕਮਿਸ਼ਨ ਹੈਗੀ ਆ, ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਅਰਸੂਲਾ ਵੌਨ ਡਰ ਲੇਨ,
ਉਹਨੇ ਭਾਰਤ ਦਾ ਜਿਹੜਾ ਉਹ ਨਾਂ ਲਿਆ, ਕਹਿੰਦੇ ਵੀ ਸਾਡੇ ਨਾਲ 2 ਬਿਲੀਅਨ ਲੋਕਾਂ ਦੀ ਸਮਝੌਤਾ ਜਿਹੜਾ ਉਹ ਹੋਣ ਜਾ ਰਿਹਾ ਆ। ਪ੍ਰੈਜ਼ੀਡੈਂਟ ਜਿਹੜਾ ਫਰਾਂਸ ਦਾ ਮੈਕਰੋਨ ਆ, ਉਹਨੇ ਚਾਈਨਾ ਦੀ ਡਾਇਰੈਕਟ ਇਨਵੈਸਟਮੈਂਟ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਕਰਨ ਦੀ, ਸਿੱਧੀ ਯੂਰਪ ਦੇ ਵਿੱਚ ਕਰਨ ਦੀ ਉਹਨਾਂ ਨੂੰ ਜਿਹੜੀ ਗੱਲ ਆਖੀ ਸੀਗੀ। ਤੇ ਇੰਡੀਆ ਦੇ ਨਾਲ ਕਹਿੰਦੇ ਮਦਰ ਆਫ ਆਲ ਟ੍ਰੇਡ ਡੀਲਸ, ਇਹ ਜਿਹੜੀ ਉਰਸੁਲਾ ਵੌਨ ਡਰ ਲੇਨ ਨੇ ਕੱਲ ਆਪਣੇ ਭਾਸ਼ਣ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਦਿੱਤਾ ਸੀਗਾ। ਓਵਰਆਲ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਵਰਲਡ ਇਕਨੋਮਿਕ ਫੋਰਮ ਇਸ ਵਾਰ ਪੋਲੀਟੀਕਲ ਰੰਗਤ ਦੇ ਵਿੱਚ ਜਿਹੜਾ ਉਹ ਖਾਸਾ ਜ਼ਿਆਦਾ ਚੜ੍ਹ ਗਿਆ। ਵੈਸੇ ਵੀ ਜਿੱਥੇ ਦੁਨੀਆ ਦੇ ਟੌਪ ਦੇ ਮੁਲਕਾਂ ਦੇ ਟੌਪ ਤੇ ਜਿਹੜੇ ਲੀਡਰ ਆ ਉਹਨਾਂ ਦੇ ਸਟੇਟ ਹੈਡਸ ਨੇ ਆਉਣਾ ਹੁੰਦਾ ਆ, ਤਾਂ ਉੱਥੇ ਅਜਿਹੀਆਂ ਘਟਨਾਵਾਂ ਜਿਹੜੀਆਂ ਆ ਉਹ ਅਕਸਰ ਹੀ ਵਾਪਰਦੀਆਂ ਹੀ ਰਹਿੰਦੀਆਂ ਹੈਗੀਆਂ। ਟਰੰਪ ਹੁਣੀ ਜਦੋਂ ਸਕਾਟਲੈਂਡ ਗਏ ਸੀਗੇ, ਉਦੋਂ ਟ੍ਰੇਡ ਡੀਲ ਦੇ ਉੱਤੇ ਸੰਧੀ ਨੂੰ ਲੈ ਕੇ ਇਹਨਾਂ ਨੇ ਦੋਨਾਂ ਨੇ ਹੱਥ ਜਿਹੜਾ ਉਹ ਮਿਲਾਇਆ ਸੀਗਾ ਵੀ ਯੂਰਪੀਅਨ ਸੰਘ ਦੇ ਨਾਲ ਤੇ ਅਮਰੀਕਾ ਦੇ ਨਾਲ ਆਪਸ ਦੇ ਵਿੱਚ ਟ੍ਰੇਡ ਡੀਲ ਜਿਹੜੀ ਸਿਰੇ ਚੜ੍ਹ ਗਈ ਆ, ਪਰ ਹਾਲ ਦੀ ਘੜੀ ਉਸ ਨੂੰ ਹੁਣ ਉਹਨਾਂ ਨੇ ਹਰੀ ਝੰਡੀ ਦੇਣ ਦੇ ਉੱਤੇ ਰੋਕ ਲਗਾ ਦਿੱਤੀ ਹੈ। ਜੀ, ਬਹੁਤ ਸਾਰੀਆਂ ਜਿਹੜੀਆਂ ਹਾਈਲਾਈਟਸ ਹੋਈਆਂ, ਯੂਐਸ ਨੇ ਇਹ ਕਿਹਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਗ੍ਰੀਨਲੈਂਡ ਸਾਨੂੰ ਚਾਹੀਦਾ ਹੀ ਚਾਹੀਦਾ ਆ ਸਟ੍ਰੈਟਜਿਕ ਨੈਸ਼ਨਲ ਸਿਕਿਉਰਿਟੀ ਦੇ ਲਈ, ਤੇ ਅਸੀਂ ਫੋਰਸ ਨਹੀਂ ਯੂਜ਼ ਕਰਾਂਗੇ ਇਸ ਨੂੰ ਐਕਵਾਇਰ ਕਰਨ ਦੇ ਲਈ। ਕਹਿੰਦੇ ਵੀ ਮੈਂ ਚਾਹਨਾ ਆ ਵੀ ਬਹੁਤ ਜਲਦੀ ਜਿਹੜੀਆਂ ਨੈਗੋਸ਼ੀਏਸ਼ਨਸ ਆ ਉਹ ਹੋਣੀਆਂ ਚਾਹੀਦੀਆਂ ਆ, ਕਿਸ ਤਰ੍ਹਾਂ ਜਿਹੜਾ ਗ੍ਰੀਨਲੈਂਡ ਆ ਉਹ ਯੂਐਸਏ ਦੇ ਨਾਲ ਰਲ ਸਕੇ। ਤੇ ਯੂਰਪ ਕਹਿੰਦੇ ਵੀ ਹੈਡ ਨਹੀਂ ਕਰ ਰਿਹਾ ਰਾਈਟ ਡਾਇਰੈਕਸ਼ਨ ਦੇ ਵਿੱਚ। ਕਹਿੰਦੇ ਵੀ ਗਵਰਨਮੈਂਟ ਬਹੁਤ ਜ਼ਿਆਦਾ ਮਨੀ ਸਪੈਂਡ ਕਰ ਰਹੀ ਹੈਗੀ ਆ, ਮਾਈਗ੍ਰੇਸ਼ਨ ਤੇ ਟ੍ਰੇਡ ਪਾਲਿਸੀਜ਼ ਨੂੰ ਲੈ ਕੇ ਯੂਰਪ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਯੂਐਸ ਨੇ ਜਿਹੜੀ ਨਿਕੋਲਸ ਮਦੂਰਾ ਨੂੰ ਵੈਨਜ਼ੂਏਲਾ ਤੋਂ ਚੱਕ ਕੇ ਲਿਆਂਦਾ ਸੀ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਲੀਡਰਸ਼ਿਪ ਆ ਉਸ ਕੰਟਰੀ ਦੀ, ਯੂਐਸ ਦੀ ਜਿਹੜੀ ਆ ਉਹ ਬੜੀ ਸਮਾਰਟ ਹੈਗੀ ਆ, ਬਹੁਤ ਗੁੱਡ ਹੈਗੀ ਆ, ਤੇ ਅਸੀਂ ਉਹਨਾਂ ਦੇ ਨਾਲ ਹੁਣ ਵੈਨਜ਼ੂਏਲਾ ਦੀ ਜਿਹੜੀ ਨਵੀਂ ਲੀਡਰਸ਼ਿਪ ਆ ਉਹਦੇ ਨਾਲ ਰਲ ਕੇ ਚੱਲਾਂਗੇ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜ਼ੈਲੈਂਸਕੀ ਦੇ ਪੂਤਨ ਜੋ ਆ ਉਹ ਜੰਗ ਨੂੰ ਖਤਮ ਕਰ ਦੇਣਗੇ, ਤੇ ਉਹ ਜ਼ੈਲੈਂਸਕੀ ਨੂੰ ਕਹਿੰਦੇ ਵੀ ਅੱਜ ਮੈਂ ਮਿਲਣ ਵੀ ਜਾ ਰਿਹਾ ਕੱਲ, ਜਦੋਂ ਟਰੰਪ ਹੁਣੀ ਉੱਥੇ ਬੋਲੇ ਹੈਗੇ ਆ। ਕਹਿੰਦੇ ਵੀ ਨਾਟੋ ਕੰਟਰੀਜ਼ ਜਿਹੜੀਆਂ ਆ ਉਹ ਫੇਲ ਹੋਈਆਂ ਆ ਯੂਐਸ ਨੂੰ ਐਪਰੀਸ਼ੀਏਟ ਕਰਨ ਦੇ ਲਈ। ਇਕਨੋਮਿਕ ਤੇ ਮਿਲਟਰੀ ਕੰਟਰੀਬਿਊਸ਼ਨ ਜਿਹੜੀ ਯੂਐਸ ਨੇ ਕੀਤੀ ਹੈਗੀ ਆ, ਕਹਿੰਦੇ ਵੀ ਯੂਐਸ ਨੂੰ ਮਿਲਿਆ ਕੀ ਹੈ ਸਾਰੇ ਕਾਸੇ ਦੇ ਵਿੱਚੋਂ। what did the US get out of all this work, all this money, other than death, destruction, and massive amount of cash going to people who don't appreciate what we do? ਸੋ ਥੋੜਾ ਜਿਹਾ ਮੈਂ ਸਰੋਤਿਆਂ ਨੂੰ ਦੱਸਦਾ ਜਾਵਾਂ ਵੀ ਜਿਹੜੇ ਨਾਟੋ ਦੇ ਮੁਲਕਾਂ ਦੀ ਜੇ ਆਪਾਂ ਦੱਸੀਏ ਵੀ ਉਹਨਾਂ ਦੇ ਸਿਕਿਉਰਿਟੀ ਦੇ ਉੱਤੇ ਕਿੰਨੀ ਕੁ ਜਿਹੜਾ ਸਪੈਂਡਿੰਗ ਹੈਗੀ ਆ, 32 ਨਾਟੋ ਮੈਂਬਰਸ ਹੈਗੇ ਆ, $1.50 ਟ੍ਰਿਲੀਅਨ, 1506 ਬਿਲੀਅਨ ਡਾਲਰ ਡਿਫੈਂਸ ਤੇ ਸਿਕਿਉਰਿਟੀ ਦੇ ਉੱਤੇ ਉਹਨਾਂ ਨੇ ਸੰਨ 2024 ਚ ਖਰਚ ਕੀਤਾ ਸੀ, ਜਿਹਦਾ 55% ਜੋ ਆ ਉਹ ਮਿਲਟਰੀ ਸਪੈਂਡਿੰਗ ਵਰਲਡ ਵਾਈਡ ਹੋਇਆ ਹੈਗਾ। ਤੇ 1.50 ਟ੍ਰਿਲੀਅਨ ਯਾਨੀ ਕਿ 1506 ਬਿਲੀਅਨ ਚੋਂ 997 ਬਿਲੀਅਨ ਡਾਲਰ ਅਮਰੀਕਾ ਨੇ ਸਪੈਂਡ ਕੀਤਾ। 66% ਇਹ ਜੋ ਨਾਟੋ ਦਾ ਡਿਫੈਂਸ ਸਪੈਂਡਿੰਗ ਆ ਉਹਦਾ ਕੱਲਾ ਇੱਕੋ ਹੀ ਮੁਲਕ 32 ਮੁਲਕਾਂ ਚੋਂ ਸਪੈਂਡ ਕਰ ਰਿਹਾ ਹੈਗਾ। ਯੂਰਪੀਅਨ ਦੇ ਜਿਹੜੇ ਸਾਰੇ ਨਾਟੋ ਮੈਂਬਰਸ ਆ ਉਹ 454 ਬਿਲੀਅਨ ਡਾਲਰ ਜਿਹੜੇ ਆ ਉਹ ਖਰਚ ਕਰ ਰਹੇ ਹੈਗੇ ਆ। ਸੋ ਇਸ ਨੂੰ ਲੈ ਕੇ ਜੋ ਟਰੰਪ ਹੋਣੀ ਆ ਉਹ ਇਹ ਵੀ ਔਖੇ ਆ ਵੀ ਅਸੀਂ ਇੰਨੀ ਸਪੋਰਟ ਕੀਤੀ ਇੰਨੇ ਮੁਲਕਾਂ ਦੀ ਫਾਈਨੈਂਸ਼ੀਅਲੀ ਕਿੰਨੇ ਸਾਲਾਂ ਤੋਂ ਕਰ ਰਹੇ ਆ, ਅਸੀਂ ਕੁਝ ਮੰਗ ਨਹੀਂ ਰਹੇ ਤੇ ਸਾਡਾ ਜਿਹੜਾ ਸਾਥ ਨਹੀਂ ਦਿੱਤਾ ਜਾ ਰਿਹਾ। ਇਹ ਉਹਨਾਂ ਨੇ ਗੱਲ ਜਿਹੜੀ ਆ ਪੂਰੇ ਦੁਨੀਆ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਜੀ ਬਿਲਕੁਲ। ਹਰਜੋਤ ਸਿੰਘ ਜੀ, ਅੱਗੇ ਹੋਰ ਵੀ ਅਹਿਮ ਖਬਰਾਂ ਨੇ। ਇੱਕ ਬੜਾ ਹੀ ਅਹਿਮ ਬਿੱਲ ਕਾਂਗਰਸ ਦੇ ਵਿੱਚ ਪੇਸ਼ ਕੀਤਾ ਗਿਆ ਹੈ, ਬਾਈ ਪਾਰਟੀਜ਼ਨ ਬਿੱਲ, ਸਿੱਖਾਂ ਨੂੰ ਜਿਹੜਾ ਉਹ ਲੈ ਕੇ, ਉਸ ਬਾਰੇ ਜਿਹੜੀ ਉਹ ਚਰਚਾ ਜਿਹੜੀ ਉਹ ਆਪਾਂ ਕਰਾਂਗੇ। ਉਹਦੇ ਲਈ ਵੀ ਜਿਹੜਾ ਉਹ ਜੁੜੇ ਰਹੋ ਤੇ ਅੱਗੇ ਤੋਂ ਅੱਗੇ ਸਾਰਿਆਂ ਦੇ ਨਾਲ ਇਸ ਲਿੰਕ ਨੂੰ ਜਿਹੜਾ ਉਹ ਸ਼ੇਅਰ ਕਰ ਦਿਓ। ਤੇ ਜਿਹੜੇ ਵਿਕਰਮ ਵੜੈਚ ਵਰਗੇ ਜਿਹੜੇ ਕਮੈਂਟ ਕਰਦੇ ਨੇ, ਮੈਂ ਗੱਲ ਕਰਨੀ ਨਹੀਂ ਸੀ ਪਰ ਹੁਣ ਮੈਂ ਕਹਿਣਾ ਚਾਹੁੰਦਾ ਆ, ਜਿਹੜੇ ਕਹਿੰਦੇ ਵੀ ਮਾੜੀਆਂ ਖਬਰਾਂ ਵਾਲਾ ਚੈਨਲ, ਇੱਕ ਤਾਂ ਪਹਿਲੀ ਗੱਲ ਤੁਹਾਨੂੰ ਅਸੀਂ ਸੱਦਾ ਨਹੀਂ ਦਿੰਦੇ, ਤੁਸੀਂ ਆ ਕੇ ਜਿਹੜੀਆਂ ਉਹ ਦੇਖੋ ਤੇ ਆਪਣੀ ਅਕਲ ਨੂੰ ਨਾ ਥੋੜਾ ਜਿਹਾ, ਦਿਮਾਗ ਨੂੰ ਥੋੜਾ ਜਿਹਾ, ਬ੍ਰੇਨ ਨੂੰ ਓਪਨ ਕਰੋ। ਇਸ ਲਈ ਖਬਰ ਹੁੰਦੀ ਆ ਉਹ ਕਿਸੇ ਲਈ ਚੰਗੀ ਹੋ ਸਕਦੀ, ਕਿਸੇ ਲਈ ਮਾੜੀ ਸਕਦੀ ਆ। ਨਹੀਂ ਤੁਹਾਨੂੰ ਚੰਗੀਆਂ, ਜੇ ਨਹੀਂ ਤੁਹਾਨੂੰ ਲੱਗਦੀਆਂ ਇਹ ਖਬਰਾਂ ਚੰਗੀਆਂ, ਦੈਟਸ ਓਕੇ, ਤੁਸੀਂ ਕੁਝ ਹੋਰ ਜਿਹੜੀ ਚੀਜ਼ ਆ ਉਹ ਦੇਖ ਲਓ। ਖਬਰਾਂ ਨੂੰ ਖਬਰਾਂ ਦੇ ਤੌਰ ਦੇ ਉੱਤੇ ਪਲੀਜ਼ ਜਿਹੜਾ ਉਹ ਲਿਆ ਕਰੋ। ਆਪਣੀ ਜਿਹੜੀ ਸਮਝ ਆ ਉਸ ਦਾ ਤੁਸੀਂ ਆਪ ਹੀ ਮੁਜ਼ਾਹਰਾ ਜਿਹੜਾ ਆ ਇਦਾਂ ਦੇ ਕਮੈਂਟ ਕਰਕੇ ਜਿਹੜਾ ਉਹ ਤੁਸੀਂ ਕਰਦੇ ਹੁੰਦੇ ਆ। ਮੇਰਾ ਕਹਿਣ ਦੀ ਇੱਛਾ ਤਾਂ ਨਹੀਂ ਸੀਗੀ, ਪਰ ਇਹ ਮੈਂ ਜ਼ਰੂਰ ਇੱਕ ਵਾਰੀ ਖਬਰਾਂ ਨੂੰ ਲੈ ਕੇ ਜ਼ਰੂਰ ਇਹ ਕਹਿਣਾ ਚਾਹੁੰਦਾ ਆ ਵੀ ਖਬਰਾਂ, ਨਿਊਜ਼ ਇਜ਼ ਜਸਟ ਨਿਊਜ਼।
ਉਹਨੂੰ ਤੁਸੀਂ ਕਿੱਦਾਂ ਲੈਣਾ ਆ, ਉਹ ਚੰਗਾ ਆ, ਉਹ ਮਾੜੀ ਆ, ਉਹ ਸਾਰਿਆਂ ਨੂੰ ਉਹ ਬਰਾਬਰ ਹੀ ਉਸੇ ਹਿਸਾਬ ਦੇ ਨਾਲ ਉਸਨੇ ਹਿੱਟ ਕਰਨਾ ਹੁੰਦਾ ਆ। ਜੀ। ਨਾਲੇ ਇਹ ਆ ਵੀ ਜਿਹੜੀ ਆਪਾਂ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਦੇ, ਜਿੰਨੇ ਟੌਪ ਨੌਚ ਦੁਨੀਆ ਦੇ ਨਿਊਜ਼ਪੇਪਰ ਹੈਗੇ ਆ, ਚਾਹੇ ਉਹ ਨਿਊਯਾਰਕ ਟਾਈਮ ਆ, ਲਾਸ ਐਂਜਲਸ ਟਾਈਮ ਆ, ਚਾਹੇ ਉਹ ਫੌਕਸ ਵਾਲੇ ਆ, CNN ਵਾਲੇ ਆ, ਡਜ਼ ਨਾਟ ਮੈਟਰ ਹਰਜੋਤ ਸਿੰਘ ਜੀ, ਨਿਊਜ਼ ਇਜ਼ ਜੀ ਹਾਂ, ਨਿਊਜ਼। ਬਿਲਕੁਲ। ਸੋ ਆਪਾਂ ਆਪਣੇ ਕੋਲੋਂ ਥੋੜ੍ਹਾ ਬਣਾ ਕੇ ਦਿੰਦੇ ਆ। ਸੋ ਉਹਦੇ 'ਚ ਇਹ ਆ ਵੀ ਜੋ ਜਾਂ ਤਾਂ ਝੂਠੀ ਆ ਓਪਨ ਕਰੋ। ਅਸੀਂ ਪੰਜਾਬੀ ਰੇਡੀਓ USA ਦੀਆਂ ਕਾਲਸ ਕਦੇ ਵੀ ਅਸੀਂ ਸਕਰੀਨ ਨਹੀਂ ਕਰਦੇ। ਕਾਲ ਕਰਕੇ ਸਾਡੇ ਨਾਲ ਸ਼ੇਅਰ ਕਰੋ ਵੀ ਹਾਂ ਭਈ ਤੁਸੀਂ ਇੱਥੇ ਗਲਤ ਖਬਰ ਦਿੱਤੀ ਆ। ਪਤਾ ਨਹੀਂ ਇਹ ਕਈ ਜਿਹੜੇ ਬੰਦੇ ਆ ਨਾ, ਉਹਨਾਂ ਦਾ ਦਿਮਾਗ ਹੈ ਨਹੀਂ ਵੀ ਕੀ ਜਿਹੜੇ ਆ ਵੀ ਸਾਡਾ ਵੀ ਜਿਹੜਾ ਬਲੱਡ ਪ੍ਰੈਸ਼ਰ ਉੱਪਰ ਕਰ ਦਿੰਦੇ ਆ। ਸੋ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਆਪਾਂ ਖਬਰ ਉਸ ਦੇ ਵੱਲ ਵੱਧਦੇ ਹਾਂ। ਸਿੰਥੈਟਿਕ ਡਰੱਗ ਰਿੰਗ ਯੂਰਪ ਦੇ ਵਿੱਚ ਕਹਿੰਦੇ ਵੀ ਆਪਣੇ ਤਰ੍ਹਾਂ ਦਾ ਸਭ ਤੋਂ ਇੱਕ ਵੱਡਾ ਆਪਰੇਸ਼ਨ ਕਰਕੇ ਇਹ ਇੱਕ ਡਰੱਗ ਰਿੰਗ ਆ ਉਸ ਨੂੰ ਬਸਟ ਕੀਤਾ ਗਿਆ, ਯਾਨੀ ਕਿ ਜੋ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦਾ ਕੰਮ ਚੱਲ ਰਿਹਾ ਸੀ ਸਿੰਥੈਟਿਕ ਡਰੱਗ ਵਾਲਾ, ਉਸ ਦਾ ਭਾਂਡਾ ਜਿਹੜਾ ਇੱਕ ਹਿਸਾਬ ਦੇ ਨਾਲ ਯੂਰਪ ਦੇ ਵਿੱਚ ਭੰਨਿਆ ਹੈਗਾ ਆ। ਅਥਾਰਟੀਜ਼ ਨੇ ਦੱਸਿਆ, ਯੂਰਪ ਦੀ ਪੁਲਿਸ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਲਾਰਜੈਸਟ ਐਵਰ ਆਪਰੇਸ਼ਨ ਹੁਣ ਤੱਕ ਦਾ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਆਪਰੇਸ਼ਨ ਜਿਹੜਾ ਚੱਲ ਰਿਹਾ ਸੀ, ਤੇ ਕਹਿੰਦੇ ਵੀ ਆਰਗੇਨਾਈਜ਼ਡ ਕ੍ਰਾਈਮ ਨੂੰ ਅਸੀਂ ਜਿਹੜਾ ਆ ਉਸ ਦਾ ਲੱਕ ਤੋੜਿਆ ਆ ਇਹ ਆਪਰੇਸ਼ਨ ਕਰਕੇ। 24 ਇੰਡਸਟਰੀਅਲ ਸਟਾਈਲ ਸਕੇਲ ਦੀਆਂ ਲੈਬਸ, ਤੁਸੀਂ ਹਿਸਾਬ ਲਾ ਲਓ ਵੀ 24 ਫੈਕਟਰੀਆਂ ਲੱਗੀਆਂ ਹੋਈਆਂ ਸੀਗੀਆਂ ਯੂਰਪ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਜਿੱਥੇ ਨਸ਼ੀਲੇ ਪਦਾਰਥ ਬਣ ਰਹੇ ਸੀ। 1000 ਟਨ ਕੈਮੀਕਲ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ ਜ਼ਬਤ ਕੀਤਾ ਆ। MDMA, ਮੈਥਾਫੈਟਾਮੀਨ ਤੇ ਮੈਥ, ਇਹਦਾ ਕਹਿੰਦੇ ਵੀ ਸਮਗਰੀ ਉਹਨਾਂ ਦੇ ਕੋਲ ਕੈਮੀਕਲ ਪਏ ਹੋਏ ਸੀ, ਜਿਹਦੀਆਂ ਲੈਬਸ ਦੇ ਵਿੱਚ ਇਹ ਬਣਾਈਆਂ ਜਿਹੜੀਆਂ ਉਹ ਜਾਂਦੀਆਂ ਸੀਗੀਆਂ, ਤੇ ਉਹਦੇ ਉੱਤੇ ਜਿਹੜਾ ਆ ਆਪਰੇਸ਼ਨ ਇਹਨਾਂ ਨੇ ਕੀਤਾ ਆ। ਯੂਰੋਪੋਲ ਦੇ ਯੂਰਪੀਅਨ ਸੀਰੀਅਸ ਔਰ ਆਰਗੇਨਾਈਜ਼ਡ ਕ੍ਰਾਈਮ ਸੈਂਟਰ ਵਾਲਿਆਂ ਨੇ ਜਿਹੜਾ ਦੱਸਿਆ, ਕਹਿੰਦੇ ਵੀ ਮੈਂ ਇਸ ਬਿਜ਼ਨਸ ਦੇ ਵਿੱਚ ਲੰਮੇ ਚਿਰ ਤੋਂ ਆ, ਤੇ ਇਹ ਆਪਣੀ ਤਰ੍ਹਾਂ ਦਾ ਜਿਹੜਾ ਇਹ ਸਭ ਤੋਂ ਲਾਰਜੈਸਟ ਐਵਰ ਆਪਰੇਸ਼ਨ ਇਹ ਸਿੰਥੈਟਿਕ ਡਰੱਗ ਪ੍ਰੋਡਕਸ਼ਨ ਤੇ ਡਿਸਟ੍ਰੀਬਿਊਸ਼ਨ ਦਾ, ਉਸ ਨੂੰ ਅਸੀਂ ਭੰਨਿਆ ਆ। ਐਂਡੀ ਕ੍ਰੈਗ ਇਹਨਾਂ ਦਾ ਨਾਮ ਹੈਗਾ ਆ। ਕਹਿੰਦੇ ਵੀ ਮੈਂ ਜੈਨੂਅਨਲੀ ਇਹ ਮੰਨਦਾ ਆ ਵੀ ਸੱਚੀ ਇਹ ਮੰਨਦਾ ਆ ਵੀ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ ਜਿਹੜੇ ਆ ਉਹ ਜਿਹੜੇ ਡਰੱਗ ਟ੍ਰੈਫਿਕਿੰਗ ਦੇ ਵਿੱਚ ਜੁੜੇ ਹੋਏ ਆ, ਖਾਸ ਕਰਕੇ ਸਿੰਥੈਟਿਕ ਡਰੱਗ ਵਾਲੇ, ਉਹਨਾਂ ਨੂੰ ਇਸ ਦੇ ਨਾਲ ਜਿਹੜਾ ਉਹ ਵੱਡਾ ਝਟਕਾ ਲੱਗੂਗਾ। ਪੋਲੈਂਡ ਦੀ ਪੁਲਿਸ ਨੇ ਪ੍ਰੈਸ ਕਾਨਫਰੰਸ ਜਿਹੜੀ ਵਾਰਸਾ ਦੇ ਵਿੱਚ ਜਿਹੜੇ ਉਹ ਕੀਤੀ, ਕਹਿੰਦੇ ਵੀ ਇਹਦੇ ਨਾਲ ਜਿਹੜੇ ਸਿੰਥੈਟਿਕ ਡਰੱਗ ਵੇਚਣ ਵਾਲਿਆਂ ਨੂੰ ਬਹੁਤ ਜ਼ਿਆਦਾ ਮੁਨਾਫਾ ਬਣਦਾ ਸੀਗਾ, ਤੇ ਇਸ ਦੇ ਉੱਤੇ ਜਿਹੜਾ ਆ ਨਾ ਵੀ ਅਸੀਂ ਹੁਣ ਰੋਕ ਜਿਹੜੀ ਉਹ ਲਾਈ ਆ। 1 ਸਾਲ ਤੱਕ ਜਿਹੜਾ ਹਰਜੋਤ ਸਿੰਘ ਜੀ ਇਹ ਆਪਰੇਸ਼ਨ ਚੱਲਿਆ, ਜਿਸ ਦੇ ਵਿੱਚ ਬੈਲਜੀਅਮ, ਚੈਕ ਰਿਪਬਲਿਕ, ਜਰਮਨੀ, ਨੀਦਰਲੈਂਡ, ਪੋਲੈਂਡ, ਸਪੇਨ, ਇਹਨਾਂ ਮੁਲਕਾਂ ਦੀ ਜਿਹੜੀ ਲਾ ਐਨਫੋਰਸਮੈਂਟ ਆ, ਪੁਲਿਸ ਨੇ ਇਸ ਦੇ ਵਿੱਚ ਹਿੱਸਾ ਜਿਹੜਾ ਉਹ ਲਿਆ ਆ। ਇੱਕੋ ਟਾਈਮ ਦੇ ਉੱਤੇ ਇਹਨਾਂ ਸਾਰੇ ਮੁਲਕਾਂ ਦੇ ਵਿੱਚ ਇਹਨਾਂ ਨੇ ਆਪਰੇਸ਼ਨ ਜਿਹੜੇ ਉਹ ਕਰਦੇ ਹੋਏ 50 ਘਰ ਜਿਹੜੇ ਸਰਚ ਕੀਤੇ ਓਵਰਆਲ, ਜਿਨ੍ਹਾਂ ਦੇ ਵਿੱਚੋਂ 45 ਪੋਲੈਂਡ ਦੇ ਵਿੱਚ, 2 ਬੈਲਜੀਅਮ 'ਚ, 2 ਜਰਮਨੀ 'ਚ ਤੇ 1 ਨੀਦਰਲੈਂਡ ਦੇ ਵਿੱਚ ਇਹਨਾਂ ਨੇ ਕੀਤਾ ਹੈ। 85 ਗ੍ਰਿਫਤਾਰੀਆਂ ਇਸ ਦੇ ਵਿੱਚ ਪਾਈਆਂ ਗਈਆਂ ਆ। 2 ਜਿਹੜੇ ਰਿੰਗ ਲੀਡਰਸ ਜੋ ਪੋਲੈਂਡ ਤੋਂ ਦੋਨੋਂ ਦੱਸੇ ਜਿਹੜੇ ਜਾਂਦੇ ਆ, ਕਹਿੰਦੇ ਵੀ ਇਹ ਹਾਈ ਵੈਲਿਊ ਟਾਰਗੇਟ ਜਿਹੜੇ ਉਹ ਸੀਗੇ। ਕਹਿੰਦੇ ਵੀ ਉਦੋਂ ਇਹਨਾਂ ਨੂੰ ਸ਼ੱਕ ਹੋਇਆ ਸੀ 2024 ਦੇ ਵਿੱਚ, ਜਦ ਪੋਲੈਂਡ ਦੀ ਪੁਲਿਸ ਨੇ ਇੱਕ ਦੇਖਿਆ ਵੀ ਇੰਪੋਰਟ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਕੈਮੀਕਲ, ਦੇਖੋ ਇਹ ਕਲਪ੍ਰਿਟ ਮੁਲਕ ਕਿਹੜੇ ਆ ਇੱਥੇ, ਚਾਈਨਾ ਤੇ ਇੰਡੀਆ, ਇੱਥੋਂ ਜਿਹੜੇ ਕੈਮੀਕਲ ਉਹ ਆ ਰਹੇ ਸੀ, ਸੇਮ ਉਹੀ ਜਿੱਦਾਂ ਮੈਕਸੀਕੋ ਚ ਆਉਂਦੇ ਆ। ਇਹ ਲੈਟਿਨ ਮੁਲਕ ਦੇ ਵਿੱਚ ਇੰਡੀਆ ਤੇ ਚਾਈਨਾ ਤੋਂ ਜਿਹੜੇ ਫੈਂਟਨਲ ਵਾਲੇ ਜਿਹੜੇ ਕੈਮੀਕਲ ਆ ਇਹਨਾਂ ਮੁਲਕਾਂ ਦੇ, ਹਾਂਜੀ ਇੱਥੋਂ ਜਿਹੜੇ ਉਹ ਆ ਰਹੇ ਆ। ਸੋ ਯੂਰਪ ਦੇ ਵਿੱਚ ਵੀ ਇਹ ਜਿਹੜਾ ਡਰੱਗ ਬਸਟ ਹੋਈ ਆ, ਜਿਹੜੀਆਂ 24 ਫੈਕਟਰੀਆਂ ਇਹਨਾਂ ਨੇ ਫੜੀਆਂ ਆ, 50 ਘਰਾਂ 'ਚ ਛਾਪੇਮਾਰੀ ਕੀਤੀ, 85 ਲੋਕ ਜਿਹੜੇ ਗ੍ਰਿਫਤਾਰ ਕੀਤੇ ਆ, ਇਹ ਕੈਮੀਕਲ ਇੰਡੀਆ ਤੇ ਚਾਈਨਾ ਤੋਂ ਜਿਹੜਾ ਉਹ ਕਹਿੰਦੇ ਵੀ ਉੱਥੇ ਆ ਰਿਹਾ ਸੀ। ਫਿਰ ਇਹਨਾਂ ਨੂੰ 2024 'ਚ ਸ਼ੱਕ ਹੋਇਆ, 1 ਸਾਲ ਪੂਰੀ ਇਹਨਾਂ ਨੇ ਘੋਖ ਜਿਹੜੀ ਉਹ ਕੀਤੀ, ਤੇ ਘੋਖ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਸ ਐਕਸ਼ਨ ਨੂੰ ਜਿਹੜਾ ਉਹ ਅੰਜਾਮ ਦਿੱਤਾ ਹੈ। ਕਹਿੰਦੇ ਵੀ ਮੈਜੋਰਟੀ ਜਿਹੜੀ ਅਰੈਸਟ ਆ 85 ਚੋਂ ਉਹ ਪੋਲੈਂਡ ਦੇ ਵਿੱਚੋਂ ਹੋਈਆਂ ਆ, ਜਿਨ੍ਹਾਂ ਦੇ ਵਿੱਚ ਕੁਝ ਬੈਲਜੀਅਮ ਤੇ ਨੀਦਰਲੈਂਡ ਦੇ ਜਿਹੜੇ ਨੈਸ਼ਨਲ ਆ, ਉਹ ਵੀ ਇਹਨਾਂ ਕ੍ਰਾਈਮ ਆਪਰੇਸ਼ਨ ਦੇ ਵਿੱਚ ਜਿਹੜੇ ਜੁੜੇ ਹੋਏ ਸੀ, ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜਾ ਸਟਰਕਚਰ ਆ ਕ੍ਰਿਮੀਨਲ ਨੈਟਵਰਕ ਦਾ, ਇਹ ਬੜਾ ਕੰਪਲੈਕਸ ਸੀਗਾ। 7 ਲੀਗਲ ਕੰਪਨੀਆਂ ਪੋਲੈਂਡ ਦੇ ਵਿੱਚ ਇਹਨਾਂ ਦੀ ਇੰਪੋਰਟ
ਤੇ ਡਿਸਟ੍ਰੀਬਿਊਸ਼ਨ ਦੇ ਵਿੱਚ ਯੋਗਦਾਨ ਜਿਹੜੀਆਂ ਉਹ ਪਾ ਰਹੀਆਂ ਸੀਗੀਆਂ ਤੇ ਹਾਈ ਲੈਵਲ ਦੀ ਲੀਡਰਸ਼ਿਪ ਦੀ ਕੋਆਰਡੀਨੇਸ਼ਨ ਇਹਨਾਂ ਦੇ ਨਾਲ ਜਿਹੜੀ ਉਹ ਚੱਲ ਰਹੀ ਸੀ। ਕਹਿੰਦੇ ਵੀ ਜਿਹੜੇ ਵੱਖੋ ਵੱਖਰੇ ਕ੍ਰਿਮੀਨਲ ਗਰੁੱਪਸ ਯੂਰਪੀਅਨ ਯੂਨੀਅਨ ਦੇ ਵਿੱਚ ਇਸ ਟਾਈਮ ਸਰਗਰਮ ਨੇ, ਉਹ ਸਾਰੇ ਹੀ ਆਪਸ ਦੇ ਵਿੱਚ ਜਿਹੜੇ ਉਹ ਜੁੜੇ ਹੋਏ ਸੀ। ਐਂਡੀ ਕ੍ਰੈਗ ਨੇ ਕਿਹਾ ਵੀ ਆਪਰੇਸ਼ਨ ਦਾ ਸਾਡਾ ਮੁੱਖ ਕੇਂਦਰ ਸੀਗਾ ਸਪਲਾਈ ਚੇਨ ਸਟ੍ਰੈਟਜੀ ਨੂੰ ਜਿਹੜਾ ਉਹ ਚੋਕ ਕਰਨਾ ਤੇ ਜਿਹੜਾ ਉਹ ਤੋੜਨਾ। ਵੈਸੇ ਹਰਜੋਤ ਸਿੰਘ ਜੀ, 5-6 ਮੁਲਕਾਂ ਦੀ ਪੁਲਿਸ ਨੂੰ ਇਕੱਠੇ ਮਿਲਾ ਕੇ ਜਿਹੜਾ ਚੱਲਣਾ ਤੇ ਏਡੇ ਵੱਡੇ ਆਪਰੇਸ਼ਨ ਨੂੰ ਅੰਜਾਮ ਦੇਣਾ, ਇਹ ਇੱਕ ਖਾਲਾ ਜੀ ਦੇ ਵਾੜੇ ਵਾਲੀ ਗੱਲ ਨਹੀਂ ਆ। ਤੇ ਇਹ ਵਧਾਈ ਦੇ ਪਾਤਰ ਨੇ ਵੀ ਇਹ ਸਾਰੀ ਲਾ ਐਨਫੋਰਸਮੈਂਟ ਨੇ ਅਜਿਹੀਆਂ ਗਰਕੀਆਂ ਹੋਈਆਂ ਚੀਜ਼ਾਂ ਨੂੰ ਉੱਥੋਂ ਦੇ ਆਮ ਲੋਕਾਂ ਦੇ ਕੋਲੋਂ ਜਿਹੜਾ ਉਹ ਦੂਰ ਕੀਤਾ। 24 ਫੈਕਟਰੀਆਂ ਡਰੱਗ ਬਣਾਉਣ ਵਾਲੀਆਂ ਇੱਕ ਹਿਸਾਬ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਸੀ। 1000 ਟਨ ਦੇ ਜਿਹੜੇ ਕੈਮੀਕਲ ਆ ਉਹ ਉਹਨਾਂ ਨੇ ਫੜੇ ਆ। ਅਥਾਰਟੀਜ਼ ਨੇ ਜਿਹੜਾ ਦੱਸਿਆ। ਇਸ ਤੋਂ ਇਲਾਵਾ 1,20,000 ਲੀਟਰ ਜਿਹੜਾ ਕੈਮੀਕਲ ਵੇਸਟ ਆ, ਜਿਹੜੇ ਕਹਿੰਦੇ ਵੀ ਆਮ ਪਾਣੀ ਦੇ ਵਿੱਚ ਤੇ ਜ਼ਮੀਨ ਦੇ ਉੱਤੇ ਜਿਹੜਾ ਸੁੱਟ ਰਹੇ ਸੀਗੇ, ਜਿਹੜਾ ਵਾਤਾਵਰਨ ਦਾ ਵੀ ਇਹ ਨੁਕਸਾਨ ਨਾਲ ਦੇ ਨਾਲ ਕਰ ਰਹੇ ਸੀ, ਉਹ ਵੀ ਇਹਨਾਂ ਨੇ ਜਿਹੜਾ ਉਹ ਸੀਜ਼ ਜਿਹੜਾ ਉਹ ਕੀਤਾ ਆ। ਤੇ ਸੋ ਪੁਲਿਸ ਨੂੰ ਕਾਫੀ ਵੱਡੀ ਜਿਹੜੀ ਹਰਜੋਤ ਸਿੰਘ ਜੀ ਇੱਕ ਸਫਲਤਾ ਯੂਰਪ ਦੇ ਵਿੱਚ ਮਿਲੀ ਹੈਗੀ ਆ ਜੀ। ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਇੱਕ ਪਾਲਸਤੀਨੀਅਨ ਨੂੰ ਲੈ ਕੇ ਜਿਹੜਾ ਪੀਸ ਐਫਰਟਸ ਚੱਲ ਰਹੀਆਂ, ਉਹਦੇ ਵਿੱਚ ਕਹਿੰਦੇ ਵੀ ਹੁਣ ਸਾਊਦੀ ਅਰੇਬੀਆ, ਟਰਕੀ, ਈਜਿਪਟ, ਜਾਰਡਨ, ਇੰਡੋਨੇਸ਼ੀਆ, ਪਾਕਿਸਤਾਨ, ਕਤਰ, ਇਹ ਸਾਰੇ ਜੋ ਆ ਉਹ ਮੈਂਬਰ ਬਣ ਰਹੇ ਹੈਗੇ ਆ। ਉਹਨਾਂ ਦਾ ਪੈਲਸਤੀਨੀਅਨ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਵਿੱਚ ਸਾਥ ਦੇਣਗੇ। ਖਾਸ ਕਰਕੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਬੋਰਡ ਆਫ ਪੀਸ ਬਣਾਇਆ, ਉਹਨਾਂ ਨੇ ਜੁਆਇੰਟ ਸਟੇਟਮੈਂਟ ਇਹ ਜਾਰੀ ਕੀਤੀ ਹੈ ਸਾਰੇ ਮੁਲਕਾਂ ਨੇ ਕਿ ਅਸੀਂ ਪਾਲਸਤੀਨੀਅਨ ਦਾ ਜੋ ਸੈਲਫ ਡਿਟਰਮੀਨੇਸ਼ਨ ਆ, ਰਾਈਟ ਟੂ ਸੈਲਫ ਡਿਟਰਮੀਨੇਸ਼ਨ ਐਂਡ ਸਟੇਟਹੁੱਡ ਜੋ ਇੰਟਰਨੈਸ਼ਨਲ ਲਾ ਦੇ ਮੁਤਾਬਕ ਹੋਊਗੀ, ਉਹਦਾ ਜਿਹੜਾ ਸਾਥ ਦੇਵਾਂਗੇ। ਜਾਰਡਨ ਦੀ ਇੱਕ ਫੋਰਨ ਮਿਨਿਸਟਰੀ ਆ, ਉਹਨਾਂ ਨੇ ਇਹ ਜੋ ਆ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਗ੍ਰੀਨਲੈਂਡ ਦੇ ਸੰਬੰਧ ਚ ਟਰੰਪ ਉਹਨਾਂ ਦੀ ਸਟੇਟਮੈਂਟ ਆਪਾਂ ਤੁਹਾਡੇ ਨਾਲ ਆਲਰੇਡੀ ਸਾਂਝੀ ਕਰ ਚੁੱਕੇ ਹਾਂ ਪਹਿਲੀਆਂ ਖਬਰਾਂ ਦੇ ਵਿੱਚ। ਤੇ ਕਈ ਜਿਹੜੇ ਯੂਰਪੀਅਨ ਯੂਨੀਅਨਸ ਆ ਉਹਨਾਂ ਮੁਲਕਾਂ ਤੋਂ ਉਹਨਾਂ ਨੇ ਕਿਹਾ ਵੀ ਸਾਡਾ ਸਾਥ ਦਿਓ, ਵੀ ਅਸੀਂ ਫੋਰਸ ਕਿਸੇ ਤਰ੍ਹਾਂ ਦੀ ਨਹੀਂ ਵਰਤਾਂਗੇ। ਟਰੰਪ ਹੁਣੀ ਪੋਲੈਂਡ ਦੇ ਨਰੋਕੀ ਤੇ ਈਜਿਪਟ ਦੇ LCC ਉਹਨਾਂ ਨੂੰ ਵੀ ਉੱਥੇ ਮਿਲੇ ਹੈਗੇ ਆ। ਯੂਕਰੇਨ ਦੇ ਜ਼ੈਲੈਂਸਕੀ ਨੂੰ ਅੱਜ ਡੈਵੋਸ ਦੇ ਵਿੱਚ ਜੋ ਮਿਲਣ ਜਾ ਰਹੇ ਹੈਗੇ ਆ। ਸੋ ਵੱਖ-ਵੱਖ ਮੁਲਕਾਂ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਵੀ ਜੋ ਗੱਲਬਾਤ ਹੋ ਰਹੀ ਹੈਗੀ ਆ। ਸੋ ਆਪਾਂ ਫਿਰ ਇਹਦੇ ਵਿੱਚ ਇੱਕ ਹੋਰ ਵੀ ਐਡ ਕਰ ਦਈਏ, ਪੋਪ ਲੀਓ ਆ, ਉਹਨਾਂ ਨੂੰ ਵੀ ਇਨਵਾਈਟ ਕੀਤਾ ਗਿਆ ਟਰੰਪ ਉਹਨਾਂ ਵੱਲੋਂ ਬੋਰਡ ਆਫ ਪੀਸ ਦੇ ਮੈਂਬਰ ਵਜੋਂ, ਸੋ ਤਾਂ ਕਿ ਜਿਹੜੀ ਆ ਉੱਥੇ ਸ਼ਾਂਤੀ ਬਹਾਲ ਕੀਤੀ ਜਾ ਸਕੇ। ਸੋ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਜਿਹੜਾ ਇੱਕ ਡੇਵਿਡ ਵਾਲਡਾਹੋ ਹੁਣੀ ਸਿੱਖਾਂ ਦੇ ਸੰਬੰਧ ਦੇ ਵਿੱਚ ਜਿਹੜਾ ਤੇ ਗੌਥਹਾਈਮਰ ਦੋ ਜਣਿਆਂ ਨੇ ਬਾਈਪਾਰਟੀਜ਼ਨ ਇਹ ਜਿਹੜਾ ਬਿੱਲ ਆਇਆ ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਬਿੱਲ, ਸੋ ਜਿਹੜੀ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਆ ਉਹਦੇ ਬਾਬਤ, ਤੇ ਉਹ ਆਪਾਂ ਤੁਹਾਡੇ ਨਾਲ ਜਿਹੜਾ ਸ਼ੇਅਰ ਕਰਦੇ ਹਾਂ ਸਾਂਝ ਜਿਹੜੀ ਉਸ ਦੇ ਵਿੱਚ ਪਾਉਂਦੇ ਆ। ਤੇ ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਨਾਲ, ਤੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕੀਤੀ ਜਾਂਦੀ ਹੈ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਚੱਲਣ ਤੋਂ ਪਹਿਲਾਂ ਇੱਕ ਜੋ ਪਿਛਲੀਆਂ ਖਬਰਾਂ ਆਪਾਂ ਸਾਂਝੀਆਂ ਕੀਤੀਆਂ ਸੀਗੀਆਂ, ਜੋ ਡੈਵੋਸ ਦੇ ਵਿੱਚ ਮੀਟਿੰਗ ਚੱਲ ਰਹੀ ਹੈਗੀ ਆ, ਫੋਰਮ ਚੱਲ ਰਹੀ ਆ, ਉਹਦੇ ਵਿੱਚ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕਾਫੀ ਬਿਜ਼ਨਸ ਲੀਡਰਸ ਨੂੰ ਮਿਲਣ ਜਾ ਰਿਹਾ ਹੈਗੇ ਆ। ਪਹਿਲਾਂ ਉਹ ਕਾਫੀ ਕੰਟਰੀਆਂ ਦੇ ਜੋ ਹੈਡਸ ਆ ਉਹਨਾਂ ਨੂੰ ਮਿਲੇ ਹੈਗੇ ਆ। ਮਾਰਕ ਕਾਰਨੀ ਨੇ ਜੋ ਸਪੀਚ ਦਿੱਤਾ ਆ ਉਹਦੇ ਸਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਤਾਂ ਜਿਉਂਦਾ ਹੀ ਇਸ ਕਰਕੇ ਆ ਵੀ ਕਿਉਂਕਿ ਅਮਰੀਕਾ ਕੈਨੇਡਾ ਦੇ ਨਾਲ ਖੜਾ ਆ। ਅਮਰੀਕਾ ਕੈਨੇਡਾ ਦੀ ਆਰਥਿਕਤਾ ਤੇ ਡਿਫੈਂਸ ਤੇ ਖੁਸ਼ਹਾਲੀ ਦੇ ਲਈ ਬਹੁਤ ਗੂੜੇ ਰਿਸ਼ਤੇ ਆ ਅਮਰੀਕਾ ਦੇ ਕੈਨੇਡਾ ਦੇ ਨਾਲ। ਮਾਰਕ ਕਾਰਨੀ ਨੇ ਸਵਿਟਜ਼ਰਲੈਂਡ ਦੇ ਬਿਆਨਾਂ ਤੋਂ ਕਾਫੀ ਜ਼ਿਆਦਾ ਜਿਹੜੇ ਔਖੇ ਹੋਏ ਆ ਟਰੰਪ ਉਹਨਾਂ ਨੇ, ਤੇ ਉਹਨਾਂ ਨੇ ਇਹ ਵੀ ਕਿਹਾ ਕਾਰਨੀ ਨੂੰ ਵੀ ਅੱਗੇ ਤੋਂ ਇਦਾਂ ਦੇ ਬਿਆਨ ਦੇਣ ਤੋਂ ਪਹਿਲਾਂ ਇਹ ਗੱਲ ਚੇਤੇ ਰੱਖੋ ਵੀ ਤੁਹਾਡੀ ਜਿਹੜੀ ਆਰਥਿਕਤਾ, ਸੁਰੱਖਿਆ ਤੇ ਖੁਸ਼ਹਾਲੀ ਅਮਰੀਕਾ ਕਰਕੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਅਹਿਮ ਉਪਰਾਲਾ ਕਾਂਗਰਸ ਦੇ ਵਿੱਚ ਇਸ ਟਾਈਮ ਹੋ ਰਿਹਾ ਆ, ਜਿੱਥੇ ਦੋ ਕਾਂਗਰਸਮੈਨ, ਇੱਕ ਰਿਪਬਲਿਕਨ ਇੱਕ ਡੈਮੋਕ੍ਰੇਟ, ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਬਿੱਲ ਜਿਹੜਾ ਉਹ ਲੈ ਕੇ ਆਂਦਾ ਆ। ਕਾਂਗਰਸਮੈਨ ਡੇਵਿਡ ਵਲਡੈਹੋ ਕੈਲੀਫੋਰਨੀਆ ਦੇ 22ਵੀਂ ਡਿਸਟ੍ਰਿਕਟ ਤੋਂ, ਤੇ ਨਾਲ ਕਾਂਗਰਸਮੈਨ ਜੋਸ਼ ਗੌਥਾਈਮਰ ਨਿਊ ਜਰਸੀ ਦੀ 5ਵੀਂ ਡਿਸਟ੍ਰਿਕਟ ਤੋਂ, ਉਹਨਾਂ ਨੇ ਇੰਟਰੋਡਿਊਸ ਕੀਤਾ ਆ ਸਿੱਖ ਅਮਰੀਕਨ ਐਂਟੀ ਡਿਸਕ੍ਰਿਮੀਨੇਸ਼ਨ ਐਕਟ। ਇਹ ਬਾਈਪਾਰਟੀਜ਼ਨ ਬਿੱਲ ਦੀ ਤੁਹਾਨੂੰ ਜਿਹੜੀ ਉਹ ਰੂਪਰੇਖਾ ਵੀ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰਦੇ ਆ ਵੀ ਕੀ ਇਸ ਦੇ ਵਿੱਚ ਲਿਖਿਆ ਹੋਇਆ ਹੈ ਹਰਜੋਤ ਸਿੰਘ ਜੀ। ਇਹਦੇ ਵਿੱਚ ਕਾਫੀ ਜਿਹੜੀਆਂ ਇਹਨਾਂ ਨੇ ਗੱਲਾਂ ਲਿਖੀਆਂ। ਸਭ ਤੋਂ ਪਹਿਲਾਂ ਸਿੱਖੀ ਬਾਰੇ ਜਿਹੜਾ ਉਹ ਦੱਸਿਆ ਆ। ਇਹ ਮੈਨੂੰ ਖੁਸ਼ੀ ਆ ਪਰਸਨਲੀ ਤੌਰ ਦੇ ਉੱਤੇ ਵੀ ਸਿੱਖੀਜ਼ਮ ਦੀ ਥਾਂ ਤੇ ਜਦੋਂ ਸਿੱਖੀ ਲਿਖਦੇ ਆ, ਇਹ ਜ਼ਿਆਦਾ ਵਧੀਆ ਜਿਹੜਾ ਸ਼ਬਦ ਆ ਆਪਣੇ ਧਰਮ ਨੂੰ ਜਿਹੜਾ ਉਹ ਦੱਸਣ ਦੇ ਲਈ। ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕਰਦੇ ਹੋਏ ਵੀ ਪੰਜਾਬ ਦੇ ਵਿੱਚ 15ਵੀਂ ਸਦੀ ਦੇ ਵਿੱਚ ਇਸ ਧਰਮ ਨੂੰ ਜਿਹੜਾ ਉਹ ਉਹਨਾਂ ਨੇ ਫਾਊਂਡ ਕੀਤਾ ਸੀਗਾ, ਲਿਆਂਦਾ ਸੀਗਾ। ਸੋ ਦਾੜੀਆਂ ਹੁੰਦੀਆਂ ਆ, ਪੱਗਾਂ ਬੰਨ੍ਹਦੇ ਨੇ, ਕੜੇ ਪਾਏ ਹੁੰਦੇ ਆ, ਕਿਰਪਾਨਾਂ ਹੁੰਦੀਆਂ ਨੇ। ਇਹ ਕਹਿੰਦੇ ਵੀ ਆਰਟੀਕਲ ਆਫ ਫੇਥ ਨੇ ਸਿੱਖੀ ਦੇ। ਇਸ ਬਿੱਲ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਿਖੀਆਂ ਆ। ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਨੂੰ ਇਸ ਦੇ ਵਿੱਚ ਡਿਫਾਈਨ ਕਰਨ ਦੀ ਨਾਲ ਦੇ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਆ। ਦੱਸਿਆ ਗਿਆ ਵੀ ਆਹ ਚੀਜ਼ਾਂ ਜਿਹੜੀਆਂ ਉਹ ਫੇਸ ਕਰਨੀਆਂ ਪੈਂਦੀਆਂ ਆ ਸਿੱਖਾਂ ਨੂੰ, ਜੋ ਕਿ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਦੇ ਤਹਿਤ ਆ ਜਾਂਦੀਆਂ ਹੈਗੀਆਂ ਨੇ। ਕਹਿੰਦੇ ਵੀ ਕੋਈ ਵੀ ਅਜਿਹੀ ਕਾਰਵਾਈ, ਐਕਟ, ਪ੍ਰੈਕਟਿਸ, ਪਾਲਿਸੀ ਜਿਹੜੀ ਸਿੱਖਾਂ ਨੂੰ ਆਪਣਾ ਸਿੱਖੀ ਧਰਮ ਆ ਉਹ ਨਿਭਾਉਣ ਦੇ ਵਿੱਚ ਵਿਘਨ ਪਾਉਂਦੀ ਆ, ਉਹ ਰੋਕਦੀ ਆ, ਉਹ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਦੇ ਅੰਡਰ ਜਿਹੜੀ ਉਹ ਆ ਸਕਦੀ ਆ। ਕਹਿੰਦੇ ਵੀ ਚਾਹੇ ਕ੍ਰਾਈਮਸ ਜਿਹੜੇ ਟਾਰਗੇਟ ਕੀਤੇ ਜਾਂਦੇ ਆ ਸਿੱਖਾਂ ਦੇ ਉਲਟ, ਜਿਹੜੇ ਸਿੱਖ ਆਪਣੇ ਆਪ ਨੂੰ ਖਵਾਉਂਦੇ ਨੇ ਉਹਨਾਂ ਦੇ ਉਲਟ, ਗੁਰਦੁਆਰਾ ਸਾਹਿਬ ਜਿਹੜੇ ਸਿੱਖ ਹਾਊਸ ਆਫ ਵਰਸ਼ਿਪ ਹੁੰਦੇ ਨੇ, ਸਿੱਖ ਆਰਗੇਨਾਈਜੇਸ਼ਨ ਜਾਂ ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਪ੍ਰਾਪਰਟੀ, ਇਹਦੇ ਵਿੱਚ ਕਿਸੇ ਵੀ ਤਰੀਕੇ ਦੀ ਵਾਇਲੈਂਸ, ਥ੍ਰੈਟ, ਹਰਾਸਮੈਂਟ, ਉਹ ਸਾਰੀਆਂ ਚੀਜ਼ਾਂ, ਬਿਗੇਟਰੀ, ਹੇਟਰਡ, ਪ੍ਰੈਜੁਡਿਸ, ਹੌਸਟੈਲਿਟੀ, ਰਿਲੀਜੀਅਸ ਜਾਂ ਰੇਸ਼ੀਅਲ ਹੌਸਟੈਲਿਟੀ, ਇਹ ਸਾਰੀ ਜਦੋਂ ਸਿੱਖਾਂ ਦੇ ਉਲਟ ਹੁੰਦੀ ਆ ਤੇ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਦੇ ਵਿੱਚ ਜਿਹੜੀ ਆਉਂਦੀ ਆ। ਇਹਦੇ ਵਿੱਚ ਜ਼ਿਕਰ 1907 ਦੇ ਬੈਲਿੰਗਹੈਮ ਜਿਹੜੇ ਆ ਦੰਗਿਆਂ ਦਾ ਵੀ ਆਉਂਦਾ ਆ। ਜਿਹੜੇ ਬੈਲਿੰਗਹੈਮ ਦੇ ਵਿੱਚ ਉਸ ਟਾਈਮ ਦੇ ਉੱਤੇ ਜਿਹੜੇ ਸਿੱਖ ਉੱਥੇ ਵਸਦੇ ਸੀ, ਅਖਬਾਰਾਂ ਦੇ ਵਿੱਚ ਉਹ ਐਂਟੀ ਹਿੰਦੂ ਕਰਕੇ ਸੀਗਾ, ਕਿਉਂਕਿ ਉਦੋਂ ਇੰਡੀਆ ਤੋਂ ਜਿਹੜਾ ਵੀ ਆਉਂਦਾ ਸੀ ਉਦੋਂ ਉਹਨਾਂ ਨੂੰ ਇੱਥੇ ਦੀਆਂ ਅਖਬਾਰਾਂ ਹਿੰਦੂ ਹੀ ਜਿਹੜੀਆਂ ਉਹ ਲਿਖਦੀਆਂ ਸੀਗੀਆਂ, ਪਰ ਉੱਥੇ ਸਿੱਖ ਰਹਿ ਰਹੇ ਸੀ। ਉਹਨਾਂ ਨੂੰ ਉਦੋਂ ਵਾਇਲੈਂਸ ਦਾ, ਹਿੰਸਾ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ। ਤੇ ਚਾਹੇ ਸਤੰਬਰ 11 ਤੋਂ ਬਾਅਦ ਦੇ ਵਿੱਚ ਸਿੱਖ ਜਿਹੜੇ ਟਾਰਗੇਟਡ ਵਾਇਲੈਂਸ ਦਾ ਜਿਹੜਾ ਸ਼ਿਕਾਰ ਆ ਉਹ ਹੋਏ ਹੈਗੇ ਆ। ਓਕ ਕ੍ਰੀਕ ਦੀ ਘਟਨਾ ਜਿਹੜੀ ਇਸ ਦੇ ਵਿੱਚ ਆਉਂਦੀ ਆ, ਇੱਕ ਵਾਈਟ ਸੁਪਰਮੈਸਿਸਟ ਗਨਮੈਨ, ਨੀਓ ਨਾਜ਼ੀ, ਜਿਹਨੇ 5 ਅਗਸਤ 2012 ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਮਾਸ ਸ਼ੂਟਿੰਗ ਕੀਤੀ ਸੀ, ਜਿਸ ਦੇ ਵਿੱਚ 6 ਜਾਣਿਆਂ ਨੂੰ ਜਿਹੜਾ ਉਸਨੇ ਮਾਰ ਜਿਹੜਾ ਉਹ ਮੁਕਾਇਆ ਸੀ। ਬਾਅਦ ਦੇ ਵਿੱਚ ਇੱਕ ਪੁਲਿਸ ਵਾਲੇ ਨੇ ਆ ਕੇ ਉਸਨੂੰ ਮੁਕਾਇਆ ਸੀ। ਸੋ ਕਹਿੰਦੇ ਵੀ ਬਾਅਦ ਦੇ ਵਿੱਚ ਪਿਛਲੇ ਸਾਲ ਹੀ ਅਗਸਤ 2025 ਦੇ ਵਿੱਚ FBI ਦੀ ਜਿਹੜੀ ਰਿਪੋਰਟ ਆਈ ਆ, ਉਹਦੇ ਵਿੱਚ ਜਿਹੜਾ ਦੱਸਿਆ ਐਨੂਅਲ ਰਿਪੋਰਟ ਔਨ ਹੇਟ ਕ੍ਰਾਈਮ ਸਟੈਟਿਸਟਿਕਸ, ਸਿੱਖਾਂ ਦੇ ਉਲਟ ਪੂਰੇ ਮੁਲਕ ਵਿੱਚ ਤੀਜੇ ਸਭ ਤੋਂ ਵੱਧ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਜਿਹੜੇ ਆ ਹੇਟ ਕ੍ਰਾਈਮਸ ਆ ਉਹਨਾਂ ਦਾ ਸਾਹਮਣਾ ਸਿੱਖਾਂ ਨੂੰ ਜਿਹੜਾ ਉਹ ਕਰਨਾ ਪੈਂਦਾ। ਇਹ FBI ਦੀ ਆਪਣੀ ਰਿਪੋਰਟ ਜੋ ਪਿਛਲੇ ਸਾਲ ਨਸ਼ਰ ਹੋਈ ਆ ਉਸਨੇ ਜਿਹੜਾ ਉਹ
ਦੱਸਿਆ ਹੈਗਾ ਆ। ਦਸੰਬਰ 12 2024 ਨੂੰ ਹਰਜੋਤ ਸਿੰਘ ਜੀ ਵਾਈਟ ਹਾਊਸ ਨੇ ਯੂਐਸ ਨੈਸ਼ਨਲ ਸਟ੍ਰੈਟਜੀ ਜਿਹੜੀ ਇਸਲਾਮੋਫੋਬੀਆ ਨੂੰ ਕਹਿੰਦੇ ਵੀ ਕਾਊਂਟਰ ਕਰਨ ਦੇ ਲਈ ਜਿਹੜੀ ਰਿਲੀਜ਼ ਕੀਤੀ ਆ, ਤੇ ਕਹਿੰਦੇ ਵੀ ਉਹਦੇ ਵਿੱਚ ਐਕਨੋਲਜ ਕੀਤਾ ਆ ਗਿਆ ਆ ਵੀ ਇਹ ਐਫਰਟਸ ਹੋਣੇ ਚਾਹੀਦੇ ਵੀ ਜਿਹੜੀ ਐਂਟੀ ਸਿੱਖ ਬਾਇਸ ਆ ਤੇ ਹੇਟ ਆ ਵੀ ਇਹਨਾਂ ਨੂੰ ਕਿੱਦਾਂ ਜਿਹੜਾ ਪ੍ਰੋਟੈਕਟ ਕਰਨਾ ਆ, ਉਹਦੇ ਬਾਰੇ ਵੀ ਜਿਹੜਾ ਉਹ ਨਾਲ ਦੇ ਨਾਲ ਅੱਗੇ ਜਿਹੜਾ ਉਹ ਹੋਊਗਾ। ਸੋ ਕਹਿੰਦੇ ਵੀ ਇਸ ਬਿੱਲ ਦੇ ਤਹਿਤ ਹਰਜੋਤ ਸਿੰਘ ਜੀ ਇਹ ਜਿਹੜੀ ਚੀਜ਼ ਦੱਸੀ ਜਿਹੜੀ ਉਹ ਗਈ ਆ, ਕਹਿੰਦੇ ਵੀ ਕਈ ਤਰੀਕੇ ਦੀ ਜਿਹੜੀ ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਜਿੱਦਾਂ ਦੱਸਿਆ ਵੀ ਫਿਜ਼ੀਕਲ ਵਾਇਲੈਂਸ, ਹੇਟ ਕ੍ਰਾਈਮ, ਅਸੌਲਟ, ਸ਼ੂਟਿੰਗ, ਵੈਂਡਲਿਜ਼ਮ, ਐਕਸਟੋਰਸ਼ਨ, ਕ੍ਰਿਮੀਨਲ ਕੰਡਕਟ, ਬੋਡੀਲੀ ਇੰਜਰੀ, ਡੈਥ, ਡਿਸਟਰਕਸ਼ਨ ਆਫ ਪ੍ਰਾਪਰਟੀ, ਇਹ ਸਾਰੀਆਂ ਚੀਜ਼ਾਂ, ਹਰਾਸਮੈਂਟ, ਇੰਟੀਮੀਡੇਸ਼ਨ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਬੇਸਿਕਲੀ ਜੋ ਹਰਜੋਤ ਸਿੰਘ ਜੀ ਚੀਜ਼ਾਂ ਆਉਂਦੀਆਂ ਸੀਗੀਆਂ ਉਹ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਦੇ ਵਿੱਚ ਆ ਰਹੀਆਂ। ਸਟੀਰੀਓਟਾਈਪ ਕਰਨਾ, ਵਿਲੀਫਾਈ ਜਿਹੜਾ ਉਹ ਕਰਨਾ, ਡੀਹਿਊਮਨਾਈਜ਼ਿੰਗ ਜਿਹੜਾ ਉਹ ਕਰਨਾ, ਸਿਵਲ ਰਾਈਟਸ ਦੀ ਵਾਇਲੇਸ਼ਨ ਇਹਨਾਂ ਦੀ ਜਿਹੜੀ ਉਹ ਹੋਣੀ, ਇਕੁਅਲ ਟ੍ਰੀਟਮੈਂਟ, ਪ੍ਰੋਟੈਕਸ਼ਨ ਤੇ ਓਪਰਚੁਨਿਟੀ ਇੰਪਲੋਇਮੈਂਟ ਦੇ ਵਿੱਚ ਨਾ ਜਿਹੜੀ ਉਹ ਮਿਲਣੀ, ਤੇ ਟਰਾਂਸਨੈਸ਼ਨਲ ਰਿਪਰੈਸ਼ਨ, ਇਸ ਚੀਜ਼ਾਂ ਨੂੰ ਇਸ ਬਿੱਲ ਦੇ ਵਿੱਚ ਐਡ ਜਿਹੜਾ ਉਹ ਕੀਤਾ ਗਿਆ। ਮੈਂ ਕਹਿੰਦਾ ਵੀ ਇਹ ਜਿਹੜਾ ਆਪਣਾ ਬਿੱਲ ਸੀਗਾ ਇੱਥੇ ਹਰਜੋਤ ਸਿੰਘ ਜੀ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ, ਉਸ ਤੋਂ ਵੀ ਇਹ ਕਹਿ ਸਕਦੇ ਹਾਂ ਵੀ ਇੱਕ ਅਗਲੇ ਸਟੈਪ ਦਾ ਨਵਾਂ ਜਿਹੜਾ ਇਸ ਦੇ ਵਿੱਚ ਇਹ ਬਿੱਲ ਹੈਗਾ ਆ, ਤੇ ਆਪਾਂ ਉਮੀਦ ਕਰਦੇ ਹਾਂ ਵੀ ਇਸ ਨੂੰ ਜਿਹੜੀ ਸਪੋਰਟ ਆ ਹੁਣ ਹੋਰ ਵੀ ਜ਼ਿਆਦਾ ਮਿਲੇ। ਚੰਗੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਹਦੇ ਵਿੱਚ ਇਹ ਆ ਵੀ ਇਹ ਸਾਂਝੇ ਤੌਰ ਦੇ ਉੱਤੇ ਦੋਨਾਂ ਪਾਰਟੀਆਂ ਨੇ ਸਾਂਝੇ ਤੌਰ ਦੇ ਉੱਤੇ ਉਹਨਾਂ ਦੇ ਦੋਨਾਂ ਪਾਰਟੀਆਂ ਦੇ ਜਿਹੜੇ ਇੱਕ ਮੈਂਬਰ ਆ ਉਹਨਾਂ ਨੇ ਮਿਲ ਕੇ ਇਸ ਬਿੱਲ ਨੂੰ ਜਿਹੜਾ ਉਹ ਨਸ਼ਰ ਕੀਤਾ ਆ। ਸੋ ਇਸ ਬਿੱਲ ਦੇ ਨਾਲ ਕਰਨਾ ਕੀ ਆ, ਇਹ ਸਾਰੀਆਂ ਚੀਜ਼ਾਂ ਡਿਫਾਈਨ ਹੋਣ ਤੋਂ ਬਾਅਦ ਦੇ ਵਿੱਚ ਕਰਨਾ ਕੀ ਆ, ਕਹਿੰਦੇ ਵੀ ਇੱਕ ਟਾਸਕ ਫੋਰਸ ਉਹ ਐਸਟੈਬਲਿਸ਼ ਕੀਤੀ ਜਿਹੜੀ ਉਹ ਜਾਵੇ ਅਟਾਰਨੀ ਜਨਰਲ ਦੀ ਜਿਹੜੀ ਉਹ ਦੇਖ ਰੇਖ ਦੇ ਅਧੀਨ, ਟਾਸਕ ਫੋਰਸ ਔਨ ਐਂਟੀ ਸਿੱਖ ਹੇਟ ਐਂਡ ਡਿਸਕ੍ਰਿਮੀਨੇਸ਼ਨ ਦੇ ਜਿਹੜੇ ਉਹ ਤੌਰ ਦੇ ਉੱਤੇ ਡਿਫਾਈਨ ਜਿਹੜਾ ਉਹ ਕੀਤਾ ਜਾਵੇ ਐਂਟੀ ਸਿੱਖ ਹੇਟ ਨੂੰ। ਇਹ ਟਾਸਕ ਫੋਰਸ ਦਾ ਕੰਮ ਹੋਊਗਾ, ਰਿਸਪੌਂਸਿਬਲ ਹੋਊਗੀ, ਡਰਾਫਟ ਕਰੂਗੀ ਡੈਫੀਨੇਸ਼ਨ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਦੀ, ਜਿਸ ਦੇ ਨਾਲ ਬਾਅਦ ਚ ਡਿਪਾਰਟਮੈਂਟ ਆਫ ਜਸਟਿਸ ਆ ਉਸ ਨੂੰ ਇਸ ਦੇ ਨਾਲ ਸੰਬੰਧਿਤ ਆਏ ਜਿਹੜੇ ਬਾਅਦ ਦੇ ਵਿੱਚ ਕੇਸਿਸ ਆ ਉਸ ਦੇ ਵਿੱਚ ਮਦਦ ਜਿਹੜੀ ਮਿਲੇਗੀ ਡਿਫਾਈਨ ਕਰਨ ਦੇ ਵਿੱਚ ਵੀ ਹਾਂ ਇਹ ਐਂਟੀ ਸਿੱਖ ਹੇਟ ਡਿਸਕ੍ਰਿਮੀਨੇਸ਼ਨ ਦੇ ਅੰਡਰ ਇਹ ਜੁਰਮ ਆਉਂਦਾ ਆ ਜਾਂ ਨਹੀਂ। ਇਸ ਦੇ ਨਾਲ ਇਸ ਬਿੱਲ ਦੇ ਵਿੱਚ ਇਹ ਮੈਂਡੇਟ ਕੀਤਾ ਗਿਆ ਆ ਵੀ ਐਜੂਕੇਸ਼ਨਲ ਆਊਟਰੀਚ ਜਿਹੜੀ ਉਹ ਹੋਵੇ। ਐਜੂਕੇਸ਼ਨਲ ਆਊਟਰੀਚ ਦੇ ਵਿੱਚ ਕਹਿੰਦੇ ਵੀ ਨਵੇਂ ਐਜੂਕੇਸ਼ਨਲ ਪ੍ਰੋਗਰਾਮਸ ਬਣਾਏ ਜਾਣ ਜਿਨ੍ਹਾਂ ਦੇ ਵਿੱਚ ਲਾ ਇਨਫੋਰਸਮੈਂਟ ਏਜੰਸੀਜ਼, ਐਲੀਮੈਂਟਰੀ ਤੇ ਜਿਹੜੇ ਹਾਈ ਸਕੂਲ ਤੱਕ ਦੀ ਜਿਹੜੀ ਐਜੂਕੇਸ਼ਨ ਦੇ ਵਿੱਚ ਸਿੱਖਾਂ ਬਾਰੇ ਉਹਨਾਂ ਨੂੰ ਆਇਡੈਂਟੀਫਾਈ ਕਰਨ ਬਾਰੇ ਉਹ ਦੱਸਿਆ ਜਾਵੇ, ਤੇ ਐਂਟੀ ਸਿੱਖ ਬਾਇਸ ਨੂੰ ਕੰਬੈਟ ਕਰਨ ਦੀ ਜਿਹੜੀ ਇਸ ਦੇ ਵਿੱਚ ਉਪਰਾਲਾ ਜਿਹੜਾ ਉਹ ਹੋਣਾ ਚਾਹੀਦਾ ਆ। ਸੋ ਕਹਿੰਦੇ ਵੀ ਇਹ ਬਿੱਲ ਇਹ ਵੀ ਮੈਂਡੇਟ ਕਰਦਾ ਆ ਵੀ ਜਿਹੜੀ ਟਾਸਕ ਫੋਰਸ ਆ ਉਹ ਸਾਲਾਨਾ ਇੱਕ ਰਿਪੋਰਟ ਕਾਂਗਰਸ ਨੂੰ ਜਮ੍ਹਾਂ ਕਰਾਵੇ, ਜਿਹਦੇ ਵਿੱਚ ਜਿਹੜੇ ਸਿੱਖਾਂ ਦੇ ਉਲਟ ਜੇ ਹੇਟ ਕ੍ਰਾਈਮ ਹੋਏ ਆ ਉਹਨਾਂ ਨੂੰ ਪੂਰੀ ਤਰ੍ਹਾਂ ਡੀਟੇਲ ਦੇ ਵਿੱਚ ਦੱਸਿਆ ਜਾਵੇ, ਲੀਗਲ ਐਕਸ਼ਨ ਕੀ ਲਏ ਗਏ ਜਿਨ੍ਹਾਂ ਨੇ ਇਹ ਜ਼ੁਲਮ ਕੀਤੇ ਆ, ਤੇ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਥ੍ਰੈਟ ਹੈਗਾ ਆ ਵੀ ਉਹਦੇ ਬਾਰੇ ਵੀ ਇਸ ਦੇ ਵਿੱਚ ਨਾਲ ਦੇ ਨਾਲ ਸਮਰੀ ਰਿਪੋਰਟ ਜਿਹੜੀ ਆ ਉਹ ਹੋਣੀ ਚਾਹੀਦੀ ਹੈਗੀ ਆ। ਸੋ ਐਨੂਅਲ ਰਿਪੋਰਟ ਕਹਿੰਦੇ ਵੀ ਕਾਂਗਰਸ ਦੇ ਕੋਲ ਇਹ ਜਾਣੀ ਚਾਹੀਦੀ ਆ। ਕਮਿਊਨਿਟੀ ਦੀ ਕੋਲੈਬੋਰੇਸ਼ਨ ਜਿਹੜੀ ਉਹ ਹੋਊਗੀ, ਜਿਸ ਦੇ ਵਿੱਚ ਕਹਿੰਦੇ ਵੀ ਹਰ ਤਿਮਾਹੀ ਸਿੱਖ ਕਮਿਊਨਿਟੀ ਤੇ ਸਿੱਖ ਆਰਗੇਨਾਈਜੇਸ਼ਨ ਦੇ ਨਾਲ ਇਹ ਜਿਹੜੀ ਟਾਸਕ ਫੋਰਸ ਆ ਉਹ ਮੁਲਾਕਾਤ ਇੱਕ ਮੀਟਿੰਗ ਕਰਿਆ ਕਰੂਗੀ ਲੇਟੈਸਟ ਇਸ ਦੇ ਬਾਰੇ ਜਿਹੜੇ ਉਹ ਦੱਸਣ ਦੇ ਲਈ ਵੀ ਕੀ ਕੁਛ ਜਿਹੜਾ ਉਹ ਹੋਇਆ ਆ, ਤੇ ਲੈਂਗੁਏਜ ਐਕਸੈਸਿਬਿਲਿਟੀ ਵੀ ਹੋਵੇ ਵੀ ਜਿਹੜੇ ਰਿਸੋਰਸਿਸ ਤੇ ਮਟੀਰੀਅਲ ਆ ਟਾਸਕ ਫੋਰਸ ਦੇ ਉਹ ਪੰਜਾਬੀ ਚ ਟਰਾਂਸਲੇਟ ਹੋ ਕੇ ਵੀ ਜਿਹੜੇ ਇਹਨਾਂ ਆਪਣੀ ਕਮਿਊਨਿਟੀ ਤੱਕ ਜਿਹੜੇ ਉਹ ਪਹੁੰਚਣ। ਸੋ ਜਿਹੜਾ ਐਂਟੀ ਸਿੱਖ ਹੇਟ ਐਂਡ ਡਿਸਕ੍ਰਿਮੀਨੇਸ਼ਨ ਐਕਟ ਆ ਇਹਦੇ ਨਾਲ ਜਿਹੜੀ ਟਾਸਕ ਫੋਰਸ ਨੂੰ ਅਹਿਮ ਕੰਮ ਜਿਹੜੇ ਹਰਜੋਤ ਸਿੰਘ ਜੀ ਦਿੱਤੇ ਗਏ ਆ, ਤੇ ਇੱਕ ਵਾਰੀ ਫਿਰ ਅਸੀਂ ਕਾਂਗਰਸਮੈਨ ਡੇਵਿਡ ਵਲਡਾਹੋ ਤੇ ਕਾਂਗਰਸਮੈਨ ਜੋਸ਼ ਗੌਥਹਾਈਮਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਵਾਰ ਜਿਹੜੀ ਕਾਂਗਰਸ ਦੇ ਵਿੱਚ ਇਸ ਬਿੱਲ ਨੂੰ ਲੈ ਕੇ ਆਂਦਾ ਆ। ਤੇ ਹੁਣ ਇਹ ਜਿਹੜਾ ਕੰਮ ਕੱਲਾ ਕੈਲੀਫੋਰਨੀਆ ਵਾਲਿਆਂ ਦਾ ਨਹੀਂ, ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਪੂਰੇ ਮੁਲਕ ਦੇ ਵਿੱਚ ਵਸਦੇ ਜਿਹੜੇ ਸਿੱਖ ਆ ਉਹਨਾਂ ਦਾ ਕੰਮ ਆ। ਤੁਸੀਂ ਆਪੋ ਆਪਣੇ ਇਲਾਕੇ ਦੇ ਜਿੰਨੇ ਵੀ ਕਾਂਗਰਸਮੈਨ ਕਾਂਗਰਸ ਵੂਮਨ ਆ ਉਹਨਾਂ ਸਾਰਿਆਂ ਤੱਕ ਤੁਸੀਂ ਇਹ ਅਪਰੋਚ ਕਰਨੀ ਆ ਤਾਂ ਜੋ ਇਹ ਜਿਹੜਾ ਬਿੱਲ ਆ ਇਸ ਦੇ ਬਾਬਤ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਪੇਸ਼ ਕੀਤਾ ਜਿਹੜਾ ਉਹ
ਜਾ ਰਿਹਾ ਆ, ਇੰਟਰੋਡਿਊਸ ਜਿਹੜਾ ਉਹਨਾਂ ਨੇ ਕਰ ਦਿੱਤਾ ਹੈ, ਨੰਬਰ ਇਸ ਨੂੰ ਜਲਦ ਹੀ ਅਲਾਟ ਜਿਹੜਾ ਉਹ ਹੋ ਜਾਵੇਗਾ ਵੀ ਇਸ ਬਿੱਲ ਦੀ ਤੁਸੀਂ ਸਮਰਥਨ ਜਿਹੜਾ ਆ ਉਹ ਕਰਨਾ ਜਿਹੜਾ ਉਹ ਹੈਗਾ ਆ। ਸੋ ਕਾਂਗਰਸਮੈਨ ਗੌਥਹਾਈਮਰ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਡਾਇਰੈਕਟਲੀ ਸਿੱਖ ਪਰਿਵਾਰਾਂ ਤੇ ਕਮਿਊਨਿਟੀ ਲੀਡਰਸ ਦੇ ਨਾਲ ਨਿਊ ਜਰਸੀਜ਼ ਦੇ ਵਿੱਚ ਮਿਲਿਆ ਤਾਂ ਕਹਿੰਦੇ ਵੀ ਮੈਨੂੰ ਉਦੋਂ ਪੱਕਾ ਹੋ ਗਿਆ ਵੀ ਕਾਂਗਰਸ ਨੂੰ ਇਸ ਦੇ ਉੱਤੇ ਕੋਈ ਸਖਤ ਕਦਮ, ਪੁਖਤਾ ਕਦਮ ਜਿਹੜਾ ਉਹ ਚੁੱਕਣ ਦੀ ਜ਼ਰੂਰਤ ਹੈਗੀ ਆ। ਤੇ ਡੇਵਿਡ ਵਾਲਡਾਓ ਜਿਹੜੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਜਿਹੜੇ ਕੋ-ਫਾਊਂਡਰ ਤੇ ਕੋ-ਚੇਅਰ ਨੇ, ਉਹ ਕਹਿੰਦੇ ਵੀ ਮੈਂ ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਦੇ ਉਲਟ ਬਿਲਕੁਲ ਖੜਾ ਆ ਤੇ ਇਸ ਬਿੱਲ ਨੂੰ ਮੈਂ ਪ੍ਰਾਊਡਲੀ ਜਿਹੜਾ ਆ ਨਾਲ ਪ੍ਰੈਜ਼ੈਂਟ ਜਿਹੜਾ ਉਹ ਕਰ ਰਿਹਾ। ਕਹਿੰਦੇ ਵੀ ਦਹਾਕਿਆਂ ਹੀ ਹੋ ਗਏ 1984 ਦੇ ਜਿਹੜੇ ਸਿੱਖ ਜੈਨੋਸਾਈਡ ਹੋਇਆਂ ਨੂੰ, 4 ਦਹਾਕੇ ਜਿਹੜੇ ਉਹ ਹੋ ਗਏ ਆ ਵੀ ਸਿੱਖ ਅਮਰੀਕਨਸ ਨੇ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ, ਹੇਟ ਕ੍ਰਾਈਮ ਵੀ ਜਿਹੜਾ ਇੱਥੇ ਸਿੱਖ ਅਮਰੀਕਨਸ ਨੇ ਉਸ ਨੂੰ ਫੇਸ ਜਿਹੜਾ ਉਹ ਕੀਤਾ ਆ। ਤੇ ਕਹਿੰਦੇ ਵੀ ਇਹ ਹੁਣ ਟਾਈਮ ਆ ਚੁੱਕਾ, ਇਨਫੈਕਟ ਟਾਈਮ ਕਹਿੰਦੇ ਵੀ ਕਾਫੀ ਹੋ ਚੁੱਕਾ ਆ, ਡਿਪਾਰਟਮੈਂਟ ਆਫ ਜਸਟਿਸ ਇਸ ਦੇ ਉੱਤੇ ਕੋਈ ਮੀਨਿੰਗਫੁਲ ਐਕਸ਼ਨ ਜਿਹੜਾ ਉਹ ਲਵੇ, ਕੱਲੀ ਲਿਪ ਸਰਵਿਸ ਕਰਕੇ ਹੀ ਜਿਹੜਾ ਉਹ ਨਾ ਸਾਰੇ ਇੱਕ ਇਦਾਂ ਦਾ ਐਂਟੀ ਸਿੱਖ ਹੇਟ, ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਐਕਟ ਆ ਉਸ ਨੂੰ ਪਾਸ ਕਰੇ ਤੇ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਇਸ ਦੀ ਨਿਸ਼ਾਨਦੇਹੀ ਜਿਹੜੀ ਉਹ ਕਰਕੇ ਤੇ ਆਪਾਂ ਜਿਹੜਾ ਉਹ ਅੱਗੇ ਵਧੀਏ। ਸੋ ਇਹਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਸਾਰਿਆਂ ਨੇ ਆਪਣੇ ਬਿਆਨ ਦਿੱਤੇ ਆ। ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਅਮਰੀਕਨ ਸਿੱਖ ਕਾਕਸ ਕਮੇਟੀ ਤੋਂ, ਉਹਨਾਂ ਨੇ ਕਿਹਾ ਵੀ ਅਸੀਂ ਧੰਨਵਾਦੀ ਹਾਂ ਦੋਨਾਂ ਹੀ ਕਾਂਗਰਸਮੈਨ ਦੇ, ਜਿਹੜੇ ਕਾਕਸ ਦੇ ਜਿਹੜੇ ਮੈਂਬਰ ਵੀ ਆ ਤੇ ਬਾਕੀ ਮੈਂਬਰਸ ਜਿਹੜੇ ਕਾਂਗਰਸ ਦੇ ਜਿਹੜੇ ਸਪੋਰਟ ਕਰ ਰਹੇ ਆ ਇੱਕ ਸਿੱਖ ਟਾਸਕ ਫੋਰਸ ਲੈਜਿਸਲੇਸ਼ਨ ਨੂੰ ਜਿਹੜਾ ਉਹ ਅਪਰੂਵ ਕਰਨ ਦੇ ਲਈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹਨਾਂ ਦਾ ਧੰਨਵਾਦ ਕੀਤਾ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਹਿੰਮਤ ਸਿੰਘ, ਸਿੱਖ ਕੋਲੀਸ਼ਨ ਵਾਲੇ ਜਿਹੜੇ ਉਹ ਨੇ, ਇੱਕ ਭੁਪਿੰਦਰ ਸਿੰਘ ਨੇ, ਆਊਟਰੀਚ ਲੀਡ ਜਿਹੜੇ ਨਿਊ ਜਰਸੀ ਸਿੱਖ ਯੂਥ ਅਲਾਇੰਸ ਦੇ, ਕਿਰਨ ਕੌਰ ਗਿੱਲ ਸੈਲਡਫ ਦੇ ਜਿਹੜੇ ਐਗਜ਼ੈਕਟਿਵ ਡਾਇਰੈਕਟਰ ਤੇ ਯੂਨਾਈਟਿਡ ਸਿੱਖ, ਇਹਨਾਂ ਸਾਰਿਆਂ ਨੇ ਇਸ ਦੇ ਵਿੱਚ ਜਿਹੜਾ ਐਂਟੀ ਸਿੱਖ ਜਿਹੜਾ ਡਿਸਕ੍ਰਿਮੀਨੇਸ਼ਨ ਟਾਸਕ ਫੋਰਸ ਆ ਉਸ ਨੂੰ ਬਣਾਉਣ ਦੇ ਲਈ ਇਸ ਐਕਟ ਦੇ ਵਿੱਚ ਸਹਾਇਤਾ ਕੀਤੀ ਆ, ਨਾਲ ਜਿਹੜਾ ਸਮਰਥਨ ਦਿੱਤਾ ਆ। ਤੇ ਜਿੱਦਾਂ ਕਿਹਾ ਹਰਜੋਤ ਸਿੰਘ ਜੀ ਵੀ ਹੁਣ ਸਾਰੇ ਸਿੱਖਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਪੂਰੇ ਅਮਰੀਕਾ 'ਚ ਵੀ ਆਪੋ ਆਪਣੇ ਕਾਂਗਰਸਮੈਨ, ਕਾਂਗਰਸ ਵੂਮਨ ਨੂੰ ਇਸ ਬਿੱਲ ਦੇ ਸਮਰਥਨ ਦੇ ਵਿੱਚ ਲੈ ਕੇ ਆਇਆ ਜਾਵੇ। ਜੀ, ਸੋ ਇਹਦੇ ਵਿੱਚ ਹੁਣ ਤੁਸੀਂ ਦੇਖੋ, ਜੇ ਤੁਹਾਡਾ ਆਪਣਾ ਪੰਜਾਬੀ ਰੇਡੀਓ USA ਚੈਨਲ ਹੈਗਾ ਆ ਕੋਈ, ਉਹ ਜਿਹੜਾ ਤੁਹਾਡੇ ਨਾਲ ਖਬਰ ਸਾਂਝੀ ਕਰ ਰਿਹਾ, ਅੱਜ ਗੂਗਲ ਤੇ ਜਾ ਕੇ, ਯਾਹੂ ਤੇ ਜਾ ਕੇ ਕਿਤੇ ਵੀ ਸਰਚ ਕਰ ਲਿਓ ਵੀ ਜੇ ਕਿਤੇ ਇਹ ਖਬਰ ਕਿਸੇ ਵੀ ਨਿਊਜ਼ਪੇਪਰ ਨੇ ਕਵਰ ਕੀਤੀ ਹੋਵੇ, ਤੁਹਾਨੂੰ ਭਾਰਤ ਵਾਲੇ ਚੈਨਲਾਂ ਨੇ ਤਾਂ ਕਿਹੜੇ ਨੇ ਖਬਰ ਕਰਨੀ ਹੈਗੀ ਆ। ਸੋ ਡੇਵਿਡ ਵਾਲਡਾਓ ਇਹ ਆਪਣੇ ਕੈਲੀਫੋਰਨੀਆ ਤੋਂ, ਸੈਂਟਰਲ ਵੈਲੀ ਤੋਂ ਕਾਂਗਰਸਮੈਨ ਹੈਗੇ ਆ, ਤੇ ਦੂਸਰੇ ਜਿਹੜੇ ਕਾਂਗਰਸਮੈਨ ਜੋਸ਼ ਗੌਥੀਮਰ ਜੋ ਆ ਉਹ ਨਿਊ ਜਰਸੀ ਤੋਂ ਹੈਗੇ ਆ। ਬਾਈ ਪਾਰਟੀਸ਼ਨ ਬਿੱਲ ਹੈਗਾ ਆ, ਵਾਲਡਾਓ ਰਿਪਬਲਿਕਨ ਤੇ ਜੋਸ਼ ਹੁਣੀ ਜੋ ਡੈਮੋਕ੍ਰੇਟ ਹੈਗੇ ਆ। ਸੋ ਸਿੱਖ ਅਮਰੀਕਨ ਐਂਟੀ ਡਿਸਕ੍ਰਿਮੀਨੇਸ਼ਨ ਬਿੱਲ ਇਹ ਜੋ ਇੰਟਰੋਡਿਊਸ ਕਰ ਦਿੱਤਾ ਗਿਆ ਆ, ਕੱਲ ਕੀਤਾ ਆ ਜਨਵਰੀ 20 ਨੂੰ। ਉਹਦੇ ਵਿੱਚ ਜਿਹੜੇ ਬਹੁਤ ਵਾਰ ਕਹਿੰਦੇ ਰਹਿੰਦੇ ਨਾ ਵੀ ਜੇ ਦੇਖੋ ਜੀ ਸਿੱਖ ਕਾਕਸ ਤਾਂ ਇੰਡੀਆ ਗਵਰਨਮੈਂਟ ਦੀ ਕਾਕਸ ਆ, ਹੁਣ ਤੁਸੀਂ ਸਟੇਟਮੈਂਟ ਨੂੰ ਧਿਆਨ ਦੇ ਨਾਲ ਪੜ੍ਹਿਓ ਜੋ ਕਾਂਗਰਸਮੈਨ ਡੇਵਿਡ ਵਾਲਡਾਓ ਨੇ ਕੀਤੀ ਹੈਗੀ ਆ। ਕਹਿੰਦੇ ਵੀ ਦਹਾਕਿਆਂ ਤੋਂ 1984 ਦਾ ਜੋ ਸਿੱਖ ਜੈਨੋਸਾਈਡ ਹੋਇਆ ਸੀ, ਜਿਹੜੇ ਸਿੱਖ ਅਮਰੀਕਨਸ ਆ ਉਹਨਾਂ ਦੀ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੋਈ ਆ, ਉਹਨਾਂ ਦੇ ਬਹੁਤ ਜ਼ਿਆਦਾ ਹੇਟ ਕ੍ਰਾਈਮ ਹੋਏ ਆ ਤੇ ਡਿਪਾਰਟਮੈਂਟ ਆਫ ਜਸਟਿਸ ਨੂੰ ਕੋਈ ਮੀਨਿੰਗਫੁਲ ਐਕਸ਼ਨ ਇਹਦੇ ਉੱਤੇ ਲੈਣਾ ਚਾਹੀਦਾ ਹੈਗਾ, ਤਾਂ ਕਿ ਜਿਹੜੀ ਆ ਸਿੱਖਾਂ ਦੇ ਅਗੇਂਸਟ ਵਾਇਲੈਂਸ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਜੋ ਆਪਾਂ ਕੈਲੀਫੋਰਨੀਆ 'ਚ ਫਾਈਟ ਕਰਦੇ ਸੀ, ਹੁਣ ਇਹ US ਕਾਂਗਰਸ ਦੇ ਵਿੱਚ ਬਿੱਲ ਗਿਆ ਹੈਗਾ ਤੇ ਉਹਨੂੰ ਜਿਹੜਾ ਆ ਰੋਕਿਆ ਜਾ ਸਕੇ। ਉਹਨਾਂ ਨੇ ਕਿਹਾ ਵੀ ਮੈਂ ਬਹੁਤ ਮਾਣ ਕਰਦਾ ਵੀ ਮੈਂ ਸੈਂਟਰਲ ਵੈਲੀ ਦੇ ਸਿੱਖ ਕਮਿਊਨਿਟੀ ਨੂੰ ਰੀਪ੍ਰੈਜ਼ੈਂਟ ਕਰਦਾ, ਕਿਉਂਕਿ ਉਹ ਫ੍ਰਿਜ਼ਨੋ ਏਰੀਏ ਤੋਂ ਹੈਗੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਡੇਵਿਡ ਵਾਲਡਾਓ ਦਾ। ਤੇ ਕਹਿੰਦੇ ਵੀ ਮੈਂ ਕਮਿਟਡ ਹੈਗਾ ਵੀ ਅਵੇਅਰਨੈਸ ਤੇ ਐਡਵਾਂਸਿੰਗ ਦਾ ਐਫਰਟਸ ਟੂ ਪ੍ਰੋਟੈਕਟ ਦਾ ਰਾਈਟਸ ਐਂਡ ਸੇਫਟੀ। ਸੋ ਇਹਦੇ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਡਾਕਟਰ ਪ੍ਰਿਤਪਾਲ ਸਿੰਘ ਹੁਣੀ ਅਮਰੀਕਨ ਸਿੱਖ ਕਾਕਸ ਨੇ ਬਹੁਤ ਧੰਨਵਾਦ ਕੀਤਾ, ਜੋ ਡੇਵਿਡ ਵਾਲਡਾਓ ਕੋ-ਚੇਅਰ ਹੈਗੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ। ਤੇ ਇਸੇ ਤਰ੍ਹਾਂ ਗੁਰਦੇਵ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਕਈ ਵਾਰ ਕੀ ਹੁੰਦਾ ਆ ਵੀ ਬਹੁਤ ਤੁਸੀਂ ਦੇਖਦੇ ਆ ਜਿਹੜਾ ਇੰਡੀਆ ਪੱਖੀ ਮੀਡੀਆ ਆ ਉਹ ਰੌਲਾ ਪਾਉਂਦਾ ਰਹਿੰਦਾ ਵੀ ਦੇਖੋ ਜੀ ਇਹ ਕਿਹੜੀ ਕਮੇਟੀ ਹੈ, ਇਹ ਤਾਂ ਕੁਝ ਕਰਦੀ ਨਹੀਂ। ਆ ਤੁਹਾਡੇ ਸਾਹਮਣੇ ਆ ਹੁਣ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਜਿਹੜੇ ਆ ਉਹ ਸਾਰੇ ਇਨਵੋਲਵ ਸੀ ਇਸ ਬਿੱਲ ਨੂੰ ਅੱਗੇ ਲਿਆਉਣ ਦੇ ਵਿੱਚ।
ਹਿੰਮਤ ਸਿੰਘ ਹਮੇਸ਼ਾ ਹੀ ਤੁਹਾਨੂੰ ਪਤਾ ਬਹੁਤ ਚੜ੍ਹਦੀ ਕਲਾ ਵਾਲੇ ਨੌਜਵਾਨ ਆ ਈਸਟ ਕੋਸਟ ਦੇ ਵਿੱਚ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਉਹਨਾਂ ਨੇ ਜਿਹੜੇ ਕਾਂਗਰਸਮੈਨ ਜੋਸ਼ ਆ ਉਹਨਾਂ ਦੇ ਨਾਲ ਰਲ ਕੇ ਇਹ ਸਾਰਾ ਜਿਹੜਾ ਬਿੱਲ ਅੱਗੇ ਲਿਆਂਦਾ। ਸਿੱਖ ਕੋਲੀਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੀ ਇਹ ਆਪਣੇ ਰਾਈਟਸ ਦੀ ਗੱਲ ਕਰਦੀ ਹੈਗੀ ਆ। ਤੇ ਇਸੇ ਤਰ੍ਹਾਂ ਇੱਕ ਆਊਟਰੀਚ ਲੀਡ ਫॉर ਨਿਊ ਜਰਸੀ ਜੋ ਸਿੱਖ ਯੂਥ ਅਲਾਈਅੰਸ ਆ, ਭੁਪਿੰਦਰ ਸਿੰਘ, ਉਹਨਾਂ ਨੇ ਵੀ ਇਹ ਕਿਹਾ ਵੀ ਬਹੁਤ ਲੰਮੇ ਸਮੇਂ ਤੋਂ ਸਿੱਖ ਜਿਹੜੇ ਆ ਡਰ ਵਾਲੇ ਮਾਹੌਲ 'ਚ ਰਹਿੰਦੇ ਆ, ਚਾਹੇ ਉਹ ਡਿਸਕ੍ਰਿਮੀਨੇਸ਼ਨ ਹੋਵੇ, ਚਾਹੇ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਹੋਵੇ, ਪਰ ਇਹਦੇ ਉੱਤੇ ਸਾਨੂੰ ਵਰਕਆਊਟ ਕਰਨਾ ਬਣਦਾ ਆ। ਯੂਨਾਈਟਿਡ ਸਿੱਖਸ ਵਾਲਿਆਂ ਨੇ ਵੀ ਕਿਹਾ ਆ, ਸੈਲਡੈਫ ਵਾਲਿਆਂ ਨੇ ਵੀ ਕਿਹਾ ਵੀ ਧੰਨਵਾਦ ਕੀਤਾ ਕਾਂਗਰਸਮੈਨ ਦਾ। ਹੁਣ ਆਪਾਂ ਕੀ ਕਰਨਾ ਆ? ਸਾਡਾ ਜੇ ਐਜ ਏ ਸਿੱਖ ਆਪਾਂ ਗੁਰਦੁਆਰੇ ਚਲ ਗਏ, ਮੱਥਾ ਟੇਕ ਲਿਆ, ਲੰਗਰ ਛਕ ਲਿਆ ਤੇ ਘਰ ਨੂੰ ਆ ਗਿਆ, ਕੋਈ ਫਾਇਦਾ ਨਹੀਂ ਹੈ। ਜਿੱਥੇ ਤੁਹਾਡੀ ਜਦੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਕਿਸੇ ਨਾਲ ਧੱਕਾ ਹੁੰਦਾ ਤੇ ਉਹਦੇ ਨਾਲ ਖੜਨਾ ਹੈਗਾ ਜਿਹਦੇ ਨਾਲ ਧੱਕਾ ਹੁੰਦਾ, ਤੇ ਤੁਸੀਂ ਘੱਟੋ ਘੱਟ ਤੁਹਾਡੇ ਧੱਕੇ ਦੀ ਗੱਲ ਹੋ ਰਹੀ ਆ। ਜਿਹੜੇ ਏਰੀਏ 'ਚ ਵੀ ਸਾਡਾ ਤੁਸੀਂ ਪੰਜਾਬੀ ਰੇਡੀਓ USA ਸੁਣ ਰਹੇ ਆ, ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਕਾਲਾਂ ਕਰੋ ਤੇ ਹਰ ਇੱਕ ਕਾਂਗਰਸਮੈਨ ਨੂੰ ਵੀ ਇਹ ਜੋ ਬਿੱਲ ਨਵਾਂ ਇੰਟਰੋਡਿਊਸ ਕੀਤਾ ਗਿਆ ਹੈਗਾ, ਬਿੱਲ ਦਾ ਨੰਬਰ ਰਾਜਕਨਵੀਰ ਸਿੰਘ ਜੀ ਅਜੇ ਦੱਸ ਆਉਣਾ ਹੈ ਦਿਓ ਜੀ। ਜੀ। ਅੱਛਾ ਜੀ ਅੱਛਾ ਠੀਕ ਆ। ਸੋ ਉਹ ਆਪਾਂ ਤੁਹਾਨੂੰ ਅਨਾਉਂਸ ਕਰਦੇ ਰਹਾਂਗੇ ਜਦੋਂ ਵੀ ਅਪਡੇਟ ਹੁੰਦੀ ਰਹੀ, ਤੇ ਆਪਣੇ ਏਰੀਏ ਦੇ ਕਾਂਗਰਸਮੈਨ ਨੂੰ ਈਮੇਲ ਲਿਖ ਕੇ, ਕਾਲਾਂ ਕਰਕੇ ਤੁਸੀਂ ਕਹਿਣਾ ਵੀ ਇਸ ਬਿੱਲ ਦੀ ਸਪੋਰਟ ਕਰਨੀ ਆ। ਸੋ ਇਸ ਬਿੱਲ ਦਾ ਮੇਨ ਮਕਸਦ ਕੀ ਆ ਵੀ ਦਾ ਐਂਟੀ ਡਿਸਕ੍ਰਿਮੀਨੇਸ਼ਨ ਟਾਸਕ ਫੋਰਸ ਜੋ ਕ੍ਰੀਏਟ ਕੀਤੀ ਜਾਵੇ, ਉਹ ਕਹਿੰਦੇ ਆ ਉਹਦੇ ਵਿੱਚ ਇਹ ਹੋਣਾ ਹੈ ਵੀ ਡਿਪਾਰਟਮੈਂਟ ਆਫ ਜਸਟਿਸ ਗਾਈਡ ਕਰੂਗੀ ਚਾਰਜਿੰਗ ਡਿਸੀਜਨਸ ਐਂਡ ਫॉर ਗੈਦਰਿੰਗ ਹੇਟ ਕ੍ਰਾਈਮ ਸਟੈਟਿਸਟਿਕਸ, ਤੇ ਐਜੂਕੇਸ਼ਨਲ ਪ੍ਰੋਗਰਾਮ ਕ੍ਰੀਏਟ ਕੀਤਾ ਜਾਵੇ ਤਾਂ ਕਿ ਉਹ ਲਾ ਇਨਫੋਰਸਮੈਂਟ ਨੂੰ ਦੱਸਿਆ ਜਾਵੇ ਸਿੱਖਾਂ ਦੇ ਬਾਰੇ ਵੀ ਜਿੱਥੇ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ। ਜੋ ਸਕੂਲਾਂ ਦੇ ਵਿੱਚ ਤੇ ਕਾਲਜਸ ਦੇ ਵਿੱਚ ਸਿੱਖ ਡਿਸਕ੍ਰਿਮੀਨੇਸ਼ਨ ਬਾਰੇ, ਸਿੱਖਾਂ ਦੇ ਜੋ ਵੀ ਇਹਨਾਂ ਦੇ ਤੁਸੀਂ ਪਹਿਲਾਂ ਦੱਸ ਚੁੱਕੇ ਆ, ਆਪਣੇ ਆਰਟੀਕਲਸ ਆਫ ਫੇਥ ਧਰਮ ਬਾਰੇ ਜਿਹੜਾ ਆ ਐਜੂਕੇਸ਼ਨ ਦਿੱਤੀ ਜਾਵੇ। ਉਹ ਤੋਂ ਬਾਅਦ ਤੀਜਾ ਜਿਹੜਾ ਹੈਗਾ ਆ ਵੀ ਡਰਾਫਟਿੰਗ ਐਨ ਐਨੂਅਲ ਰਿਪੋਰਟ ਟੂ ਕਾਂਗਰਸ ਦੈਟ ਪ੍ਰੋਵਾਈਡਸ ਐਨ ਓਵਰਵਿਊ ਆਫ ਹੇਟ ਕ੍ਰਾਈਮ ਅਗੇਂਸਟ ਸਿੱਖਸ। ਇਹ ਤਿੰਨ ਮੇਨ ਚੀਜ਼ਾਂ ਇਹਦੇ ਵਿੱਚ ਦੱਸੀਆਂ ਗਈਆਂ ਹੈਗੀਆਂ। ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੋਈ ਆ, ਸੋ ਵਧੀਆ ਗੱਲ ਆ। ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕੈਲੀਫੋਰਨੀਆ ਦੇ ਵਿੱਚ ਵੀ ਐਨ ਜਨੈਨੀਮਸਲੀ ਜਿਹੜਾ ਆਪਾਂ ਕਹਿ ਸਕਦੇ ਆ ਅਸੈਂਬਲੀ ਦੇ ਵਿੱਚੋਂ, ਸੈਨੇਟ ਦੇ ਵਿੱਚੋਂ ਬਿੱਲ ਪਾਸ ਹੋਇਆ ਸੀ, ਜੋ ਡਾਕਟਰ ਜਸਮੀਤ ਕੌਰ ਬੈਂਸ ਤੇ ਫ੍ਰਿਜਨੋ ਤੋਂ ਜੋ ਸੀਗੇ ਆਪਣੇ ਕਾਂਗਰਸ ਵੂਮਨ, ਉਹ ਲੈ ਕੇ ਆਏ ਸੀ। ਤੇ ਪਰ ਗਵਰਨਰ ਜਿਹੜਾ ਆ ਉਹ ਆਪਣਾ ਕੈਲੀਫੋਰਨੀਆ ਦਾ ਗੈਬਨ ਨਿਊਸਮ ਹੋਣੀ, ਉਹ ਚੁੱਪ ਕਰ ਗਿਆ, ਉਹਨਾਂ ਨੇ ਵੀਟੋ ਕਰ ਦਿੱਤਾ ਤੇ ਉਹ ਬਿੱਲ ਫੇਲ ਹੋ ਗਿਆ। ਪਰ ਹੁਣ ਇਹ US ਕਾਂਗਰਸ ਦੇ ਵਿੱਚ ਬਿੱਲ ਆਇਆ ਹੈਗਾ ਆ ਡਿਸਕ੍ਰਿਮੀਨੇਸ਼ਨ ਅਗੇਂਸਟ ਸਿੱਖ ਕਮਿਊਨਿਟੀ ਦਾ। ਇਸ ਦਾ ਜਿਹੜਾ ਬਿੱਲ ਨੂੰ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਵੀ US ਦੇ ਜਿਹੜੇ ਕਾਂਗਰਸਮੈਨ ਆ ਉਹਨਾਂ ਨੂੰ ਜਿਹੜਾ ਆਪਾਂ ਕੰਟੈਕਟ ਕਰੀਏ। ਤੇ ਹਜੇ ਜਦੋਂ ਤੱਕ ਇਹ ਬਿੱਲ ਦਾ ਨੰਬਰ ਆਉਂਦਾ ਆ ਤੇ ਉਸ ਸੰਬੰਧ ਦੇ ਵਿੱਚ ਆਪਾਂ ਤੁਹਾਡੇ ਨਾਲ ਆਉਣ ਵਾਲੇ ਦਿਨਾਂ 'ਚ ਅਪਡੇਟ ਕਰਾਂਗੇ। ਪਰ ਘੱਟੋ ਘੱਟ ਜਿਹੜੇ ਦੋ ਕਾਂਗਰਸਮੈਨ ਆ ਜਿਹੜੇ ਈਸਟ ਕੋਸਟ ਵਾਲੇ ਇਹਨਾਂ ਦਾ ਧੰਨਵਾਦ ਜੋਸ਼ ਜ਼ਰੂਰ ਕਰੋ ਤੇ ਡੇਵਿਡ ਵਲਡਾਹੋ, ਉਹਦੇ ਆਫਿਸ ਤੁਸੀਂ ਕਾਲ ਤਾਂ ਕਰ ਸਕਦੇ ਆ, ਏਡੀ ਕੋਈ ਗੱਲ ਨਹੀਂ ਹੈ। ਹਰਜੋਤ ਸਿੰਘ ਜੇ ਤੁਸੀਂ ਜੀ ਸਰਚ ਕਰ ਬਿਲਕੁਲ ਜੀ, ਬਿਲਕੁਲ ਜੇ ਆਪਣੇ ਉਹਨਾਂ ਦਾ ਨੰਬਰ ਵੀ ਪ੍ਰੋਵਾਈਡ ਕਰ ਸਕਦੇ ਜਾਂ ਵੈਸੇ ਗੂਗਲ ਤੋਂ ਤੁਸੀਂ ਸਰਚ ਸਰਚ ਕਰੋ ਕਰ ਡੇਵਿਡ ਲਓ, ਵਲਡਾਹੋ, ਈਮੇਲ ਕਰ ਦਿਓ ਉਹਨਾਂ ਦੀ ਵੈਬਸਾਈਟ ਦੇ ਈਮੇਲ ਉੱਤੇ ਕਰ ਦਿਓ ਵੀ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇਹ ਬਿੱਲ ਲੈ ਕੇ ਆਏ ਆ, ਇੰਨਾ ਹੀ ਬਹੁਤ ਆ। ਘੱਟੋ ਘੱਟ ਐਜ਼ ਏ ਸਿੱਖ ਹੋਣ ਦੇ ਨਾਤੇ ਜੇ ਤੁਹਾਡੇ ਲਈ ਕੋਈ ਫਾਈਟ ਕਰ ਰਿਹਾ, ਉਹਦਾ ਘੱਟੋ ਘੱਟ ਧੰਨਵਾਦ ਤਾਂ ਕਰੋ ਨਾ। ਬਿਲਕੁਲ ਜੀ ਸੋ ਕਿਉਂਕਿ ਜਿਹੜੀਆਂ ਐਂਟੀ ਫੋਰਸਸ ਹੈਗੀਆਂ, ਐਂਟੀ ਸਿੱਖ ਫੋਰਸਸ, ਉਹਨੇ ਬਹੁਤ ਤੜਫਣਾ ਹੁਣ, ਉਹਨਾਂ ਨੇ ਦੇਖੋ ਜ਼ੋਰ ਲਾਉਣਾ ਆ ਪੂਰੇ ਦਾ ਪੂਰਾ 100%। ਸੋ ਇਹ ਹੁਣ ਤੋਂ ਹੀ ਜਿਹੜਾ ਆ ਪੂਰਾ ਜ਼ੋਰ ਲਾਣਾ ਜਿਹੜਾ ਆਪਾਂ ਸ਼ੁਰੂ ਕਰ ਦਈਏ, ਤੇ ਜਿਹੜੇ ਇਹ ਕਾਂਗਰਸਮੈਨ ਬਿੱਲ ਲੈ ਕੇ ਆਏ ਆ ਉਹਨਾਂ ਸਾਰਿਆਂ ਦਾ ਆਪਾਂ ਧੰਨਵਾਦ ਕਰੀਏ ਕਾਲ ਕਰਕੇ, ਕਿ ਅਗਲਿਆਂ ਨੂੰ ਲੱਗੇ ਵੀ ਮੇਰੇ ਪਿੱਛੇ ਜਿਹੜੀ ਆ ਮੈਂ ਜਿਸ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ ਉਹ ਕਮਿਊਨਿਟੀ ਨਾਲ ਵੀ ਹੈਗੀ ਆ ਕਿ ਨਹੀਂ। ਬਿਲਕੁਲ ਸੋ ਬਹੁਤ ਇਹਨਾਂ ਦਾ ਧੰਨਵਾਦ। ਤੇ ਸਾਰੇ ਜਣੇ ਹੁਣ ਵੱਧ ਤੋਂ ਵੱਧ ਆਪਾਂ ਸਪੋਰਟ ਜਿਹੜੀ ਉਹ ਕਰਨੀ ਆ। ਇਹ ਆ ਵੀ ਚਲੋ ਇਹ ਬਿੱਲ ਇੰਟਰੋਡਿਊਸ ਹੋ ਗਿਆ, ਇਹ ਪਹਿਲੀ ਪੌੜੀ ਆ, ਇਹ ਪਹਿਲਾ ਸਟੈਪ ਆ। ਇਹ ਆਪਾਂ ਮੇਕ ਸ਼ੋਰ ਕਰਨਾ ਵੀ ਇਹ ਬਿੱਲ ਆਪਣੇ ਨਿਸ਼ਾਨੇ ਟੀਚੇ ਤੱਕ ਜਿਹੜਾ ਉਹ ਪਹੁੰਚੇ। ਇਹ ਜਿਹੜੀ ਡੇਵਿਡ ਵਲਡਾਹੋ ਦੀ ਜਿਹੜੀ ਗੱਲ ਆ ਨਾ, ਇਹ ਬਿਲਕੁਲ ਸਹੀ ਆ ਵੀ ਸਮਾਂ ਬਹੁਤ ਜ਼ਿਆਦਾ ਹੋ ਗਿਆ, ਇਦਾਂ ਦੀ ਚੀਜ਼ ਆਈ ਕਿਉਂ ਨਹੀਂ। ਸੋ ਆਪਾਂ ਨੂੰ ਇਹ ਹੁਣ ਜ਼ੋਰ ਹਮਲਾ ਜਿਹੜਾ ਉਹ ਮਾਰਨਾ ਪੈਣਾ। ਆਪਣੇ ਜਿੰਨੇ ਵੀ ਤੁਹਾਡੇ ਆਪਸ ਦੇ ਵਿੱਚ ਵਿਚਾਰਕ ਵਿਰੋਧ ਨੇ ਨਾ, ਉਹਨਾਂ ਨੂੰ ਲਾਂਭੇ ਕਰ ਦੋ। ਐਂਟੀ ਸਿੱਖ ਹੇਟ, ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਜੇ ਉਸ ਦੀ ਡੈਫੀਨੇਸ਼ਨ ਬਣ ਜਾਂਦੀ ਆ
ਡਿਪਾਰਟਮੈਂਟ ਆਫ ਜਸਟਿਸ ਨੂੰ ਇਹ ਪੱਕਿਆਂ ਕਰ ਦਿੱਤਾ ਜਾਊਗਾ, ਇਹ ਟਾਸਕ ਫੋਰਸ ਬਣ ਜਾਊਗੀ ਤੇ ਇਹਦੇ ਨਾਲ ਦੇਖੋ ਤੁਹਾਡੇ ਕਿੰਨੇ ਕੰਮ ਜਿਹੜੇ ਉਹ ਸੌਖੇ ਹੋਣਗੇ। ਐਚਏਐਫ, ਕੋਨਾ ਵਰਗੇ ਜਿਹੜੇ ਮੂੰਹ ਚੱਕ ਕੇ ਜਿਹੜਾ ਮਰਜ਼ੀ ਗੁਰੂ ਘਰਾਂ ਨੂੰ ਜਾਂ ਸਿੱਖਾਂ ਦੇ ਬਾਰੇ ਅਨਾਪ ਸ਼ਰਾਬ ਜਿਹੜੇ ਉਹ ਬੋਲਦੇ ਰਹਿੰਦੇ ਆ, ਬੋਲਤੀਆਂ ਬੰਦ ਹੋ ਜਾਣਗੀਆਂ ਇਹਨਾਂ ਸਾਰਿਆਂ ਦੀਆਂ। ਸੋ ਇਹ ਹੁਣ ਨਾ ਆਪੋ ਆਪਣੇ ਜਿੰਨੇ ਵੀ ਤੁਹਾਡੇ ਵਿਚਾਰਕ ਮਤਭੇਦ ਆ ਵੀ ਕੌਣ ਗੁਰੂ ਘਰ ਦੇ ਵਿੱਚ ਕਿਹੜੀ ਕਮੇਟੀ ਹੋਣੀ ਚਾਹੀਦੀ, ਕਿਹੜੀ ਨਹੀਂ ਹੋਣੀ ਚਾਹੀਦੀ, ਉਹ ਤੁਹਾਡਾ ਇੰਟਰਨਲ ਉੱਥੇ ਦਾ ਮਾਮਲਾ। ਇਹ ਬਹੁਤ ਵੱਡੀ ਜਿਹੜੀ ਚੀਜ਼ ਹੈ ਇੱਕ ਵਾਪਰ ਰਹੀ ਆ। ਸੋ ਮੇਕ ਸ਼ੋਰ ਕਰੋ ਵੀ ਆਪਾਂ ਇਸ ਬਿੱਲ ਨੂੰ ਕੱਲਾ ਜਿਹੜਾ ਉਹ ਪਾਸ ਨਹੀਂ ਕਰਾਉਣਾ, ਇਹ ਸਾਈਨ ਵੀ ਹੋਵੇ, ਇਹ ਗਾਂ ਵੀ ਜਿਹੜਾ ਉਹ ਜਾਵੇ ਤੇ ਆਪਣੇ ਲਈ ਇੱਕ ਫਰੇਮਵਰਕ ਜਿਹੜਾ ਉਹ ਤਿਆਰ ਜਿਹੜਾ ਉਹ ਹੋ ਸਕੇ ਵੀ ਇਹ ਜਿਹੜੀ ਇਨਕਰੀਜ਼ ਹੋ ਰਹੀ ਆ ਹੇਟ ਤੇ ਵਾਇਲੈਂਸ ਤੇ ਟਰਾਂਸਨੈਸ਼ਨਲ ਰਿਪਰੈਸ਼ਨ, ਇਸ ਦੇ ਉੱਤੇ ਕਿੱਦਾਂ ਜਿਹੜੀ ਉਹ ਨੱਥ ਜਿਹੜੀ ਉਹ ਪਵੇ। ਇਹ ਹੈਗਾ ਆ ਤਰੀਕਾ ਸਹੀ ਢੰਗ ਦੇ ਨਾਲ ਜਿਹੜਾ ਉਹ ਚੱਲਣ ਦਾ। ਨਾਅਰੇਬਾਜ਼ੀਆਂ ਕਰਨੀਆਂ, ਉਹ ਸਾਰੀਆਂ ਚੀਜ਼ਾਂ ਕਰਨੀਆਂ, ਉਹ ਇੱਕ ਵੱਖਰੀ ਚੀਜ਼ ਆ। ਉਹ ਆਪਾਂ ਕਈ ਵਾਰੀ ਸਪੋਰਟ ਸ਼ੋਅ ਕਰਨ ਦੇ ਲਈ ਰੈਲੀਜ਼ ਕਰਨੀਆਂ, ਉਹ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ, ਸ਼ਕਤੀ ਪ੍ਰਦਰਸ਼ਨ ਕਰਨੇ ਪੈਂਦੇ। ਪਰ ਆ ਕਾਨੂੰਨੀ ਢੰਗ, ਆ ਪੱਕਾ ਜਿਹੜਾ ਉਹ ਰਾਹ, ਪੱਕੇ ਪੈਰੀ ਜਿਹੜਾ ਉਹ ਹੋ ਜਾਣਾ। ਕੱਲ ਨੂੰ ਆ ਕੇ ਕੋਈ ਤੁਹਾਡੇ ਉਲਟ ਕੁਝ ਬੋਲਦਾ ਆ, ਕੁਝ ਕਰਦਾ ਆ, ਤਾਂ ਉਹਨੂੰ ਇੱਥੋਂ ਦੇ ਕਾਨੂੰਨ ਨੂੰ ਜਵਾਬ ਦੇ ਜਿਹੜਾ ਹੋਣਾ ਪਊਗਾ। 20 ਵਾਰੀ ਸੋਚਣਗੇ ਅਗਲੇ ਇਦਾਂ ਦੀ ਚੀਜ਼ ਜਿਹੜੀ ਉਹ ਕਰਨ ਤੋਂ ਪਹਿਲਾਂ। ਆ ਅਸਲੀ ਰਾਹ, ਕਾਨੂੰਨੀ ਅਖਤਿਆਰ ਵੀ ਕਾਨੂੰਨ ਜਿਹੜਾ ਉਹ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਨੂੰ ਡਿਫਾਈਨ ਕਰਦਾ ਹੋਇਆ ਅੱਗੇ ਜਿਹੜਾ ਉਹ ਵਧੇ। ਸੋ ਜਿਹੜਾ ਪੁੱਛਦੇ ਨੇ ਵੀ ਬਿੱਲ ਦਾ ਨਾਮ ਕੀ ਹੈਗਾ ਆ, ਇਸ ਬਿੱਲ ਦਾ ਨਾਮ ਆ ਸਿੱਖ ਅਮਰੀਕਨ ਐਂਟੀ ਡਿਸਕ੍ਰਿਮੀਨੇਸ਼ਨ ਐਕਟ। ਇਹ ਜਿਹੜਾ ਬਿੱਲ ਆ ਇਹ ਪੇਸ਼ ਜਿਹੜਾ ਅੱਜ ਕੀਤਾ ਗਿਆ ਆ। ਅੱਜ ਇਹ ਬਿੱਲ ਦਾ ਨਾਮ ਜਿਹੜਾ ਆ ਉਹ ਨਹੀਂ ਆਇਆ, ਸੌਰੀ ਬਿੱਲ ਦਾ ਨੰਬਰ ਜਿਹੜਾ ਉਹ ਨਹੀਂ ਆਇਆ, ਪਰ ਮੈਂ ਕਮੈਂਟਸ ਦੇ ਵਿੱਚ ਜਿਹੜਾ ਉਹ ਐਡ ਕਰ ਦਿੱਤਾ ਆ। ਸਿੱਖ ਅਮਰੀਕਨ ਐਂਟੀ ਡਿਸਕ੍ਰਿਮੀਨੇਸ਼ਨ ਐਕਟ ਇਸ ਬਿੱਲ ਦਾ ਨਾਂ ਆ। ਇਹ ਹਾਊਸ ਆਫ ਰਿਪਰੈਜ਼ੈਂਟੇਟਿਵ, ਜਿਹਨੂੰ ਆਪਾਂ ਇੱਥੇ ਅਕਸਰ ਕਾਂਗਰਸ ਕਹਿ ਦਿੰਦੇ ਆ, ਉਹਦੇ ਵਿੱਚ ਇਸ ਨੂੰ ਇੰਟਰੋਡਿਊਸ ਜਿਹੜਾ ਉਹ ਕੀਤਾ ਗਿਆ ਹੈਗਾ। ਸੋ ਇੱਕ ਵਾਰੀ ਫੇਰ ਬੇਨਤੀ ਆ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਹਿਲੀ ਗੱਲ ਤਾਂ ਇਹ ਆ ਵੀ ਕੱਲਾ ਜਿੰਨੇ ਵੀ ਘਰ ਦੇ ਮੈਂਬਰ ਹੈਗੇ ਆ, ਘੱਟੋ ਘੱਟ ਇਹ 2 ਕਾਂਗਰਸਮੈਨਾਂ ਨੂੰ ਈਮੇਲ ਫੋਨ ਕਰੋ, ਥੈਂਕ ਯੂ ਲਈ ਬਿੱਲ ਇੰਟਰੋਡਿਊਸ ਕੀਤਾ। ਤੇ ਸਾਰੀਆਂ ਆਰਗੇਨਾਈਜੇਸ਼ਨਾਂ, ਸਾਰੇ ਗੁਰੂ ਘਰ ਉਹਨਾਂ ਨੂੰ ਵੀ ਚਿੱਠੀ ਲਿਖਣੀ ਚਾਹੀਦੀ। ਮੈਂ ਵੀ ਬਿਲਕੁਲ ਕਹਿਣ ਲੱਗਾ ਸੀ ਵੀ ਉਹਨਾਂ ਦਾ ਐਡਰੈਸ ਲਿਖ ਕੇ, ਜਿੰਨੇ ਵੀ ਗੁਰੂ ਘਰ ਦੀਆਂ ਕਮੇਟੀਆਂ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਪਲੀਜ਼ ਅੱਜ ਹੀ ਇੱਕ ਲੈਟਰ ਲਿਖ ਕੇ ਵੀ ਥੈਂਕ ਯੂ ਫॉर ਇੰਟਰੋਡਿਊਸਿੰਗ ਦਿਸ ਬਿੱਲ ਦੋਨਾਂ ਕਾਂਗਰਸਮੈਨਾਂ ਨੂੰ ਲਿਖੋ। ਤੇ ਖਾਸ ਕਰਕੇ ਜਿਹੜੇ ਫ੍ਰਿਜ਼ਨੋ ਏਰੀਏ ਵਾਲੇ ਆ, ਉਹ ਤਾਂ ਜੇ ਉਹਨਾਂ ਦੇ ਆਫਿਸ ਬਾਈ ਹੈਂਡ ਵੀ ਦੇ ਸਕਦੇ ਆ, ਉਹਨਾਂ ਨੂੰ ਜਾਣਾ ਚਾਹੀਦਾ। ਬੇਕਰਫੀਲਡ ਵਾਲੇ ਇਲਾਕੇ 'ਚ, ਉਧਰਲੇ ਪਾਸੇ ਬੇਕਰਫੀਲਡ ਇਲਾਕੇ 'ਚ, ਤੇ ਜਿਹੜੇ ਈਸਟ ਕੋਸਟ ਵਾਲੇ ਆ, ਈਸਟ ਕੋਸਟ ਵੀ ਬਹੁਤ ਗੁਰੂ ਘਰ ਆ, ਉਹਨਾਂ ਦੀਆਂ ਕਮੇਟੀਆਂ ਨੂੰ ਵੀ ਕਰਨਾ ਚਾਹੀਦਾ। ਸੋ ਇਹ ਮੈਸੇਜ ਆ। ਹੁਣ ਇਹ ਨਾ ਹੋਵੇ ਵੀ ਕਮੇਟੀਆਂ ਵਾਲੇ ਸੋਚਣ ਜੀ ਅਸੀਂ ਬੈਠਾਂਗੇ ਮਤਾ ਪਾਸ ਕਰਾਂਗੇ, ਕੁਛ ਨਹੀਂ, ਇਹ 'ਚ ਕੋਈ ਮਤਾ ਪਾਸ ਕਰਨ ਦੀ ਜ਼ਰੂਰਤ ਨਹੀਂ। ਫੋਨ ਤੇ ਗੱਲ ਕਰਕੇ ਆਪਣੇ ਕੋਈ ਵੀ ਜਿਹੜਾ ਕਮੇਟੀ ਦਾ ਸੇਵਾਦਾਰ ਹੈਗਾ, ਉਹ ਲੈਟਰ ਲਿਖ ਕੇ ਜ਼ਰੂਰ ਇਹਨਾਂ ਦਾ ਧੰਨਵਾਦ ਕਰੇ, ਕਿਉਂਕਿ ਉਹਦੇ ਨਾਲ ਕੀ ਹੋਊਗਾ, ਫਿਰ ਹੋਰ ਜ਼ੋਰ ਲੱਗੂਗਾ ਅਗਲੇ ਨੂੰ ਵੀ ਹੋਊਗਾ। ਯਾਰ ਤੁਸੀਂ ਦੇਖੋ, ਮੈਨੂੰ ਪੂਰੇ ਵਰਲਡ, ਪੂਰੇ ਉੱਥੋਂ ਸਪੋਰਟ ਮਿਲ ਰਹੀ ਆ। ਇਹ ਕੱਲਾ ਕੈਲੀਫੋਰਨੀਆ ਵਾਲੇ ਨਹੀਂ, ਇਹ ਅਮਰੀਕਾ ਦੇ ਵਿੱਚ ਜਿੱਥੇ ਵੀ ਜਿਹੜਾ ਵੀ ਗੁਰੂ ਘਰ ਹੈਗਾ ਹੈ ਨਾ, ਇਹ ਪਲੀਜ਼ ਸਾਰੇ ਗੁਰੂ ਘਰਾਂ ਨੂੰ ਬੇਨਤੀ ਆ, ਤੇ ਐਜ਼ ਏ ਸਿੱਖ ਤੁਹਾਨੂੰ ਜਿਹੜਾ ਉਹ ਸਾਰਿਆਂ ਨੂੰ ਬੇਨਤੀ ਆ, ਈਮੇਲ ਕਰੋ, ਇਹਨਾਂ ਦੋਨਾਂ ਦਾ ਸਮਰਥਨ ਕਰੋ। ਅਗਲੇ ਨੂੰ ਵੀ ਹੌਸਲਾ ਹੋਊਗਾ, ਯਾਰ ਮੈਂ ਇਹ ਜਿਨ੍ਹਾਂ ਲਈ ਖੜੇ ਆ, ਉਹ ਅਗਲੇ ਵੀ ਸਾਡਾ ਸਪੋਰਟ ਜਿਹੜੀ ਉਹ ਕਰ ਰਹੇ ਆ ਜਾਂ ਨਹੀਂ ਕਰ ਰਹੇ ਹੈਗੇ। ਜੀ ਵੱਧ ਤੋਂ ਵੱਧ ਚਿੱਠੀਆਂ ਲਿਖੋ, ਇਹਨਾਂ ਨੂੰ ਥੈਂਕ ਯੂ ਕਰੋ, ਤੇ ਬਾਅਦ 'ਚ ਜਦੋਂ ਆਪਣੇ ਕੋਲ ਹਾਊਸ ਦੇ ਜਿਹੜੇ ਰਿਪਰੈਜ਼ੈਂਟੇਟਿਵ ਦੇ ਵਿੱਚ ਜਦੋਂ ਇਹ ਪੇਸ਼ ਹੋ ਗਿਆ, ਉਹਦਾ ਨੰਬਰ ਆ ਗਿਆ, ਉਹ ਆਪਾਂ ਸ਼ੇਅਰ ਕਰਾਂਗੇ। ਫਿਰ ਆਪਾਂ ਬਾਕੀ ਜਿਹੜੇ ਕਾਂਗਰਸਮੈਨ, ਕਾਂਗਰਸ ਵੂਮਨ ਆ, ਉਹਨਾਂ ਸਾਰਿਆਂ ਨੂੰ ਵੀ ਚਿੱਠੀਆਂ, ਈਮੇਲਾਂ ਕਰਨੀਆਂ ਸ਼ੁਰੂ ਕਰੀਏ, ਤਾਂ ਜੋ ਇਸ ਬਿੱਲ ਦੀ ਉਹ ਸਪੋਰਟ ਕਰਨ। ਜਿਹੜਾ ਸਿੱਖ ਹੈ, ਐਜ ਏ ਸਿੱਖ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਆ। ਕਿਤੇ ਵੀ ਦੁਨੀਆ ਦੇ ਵਿੱਚ ਕਿਸੇ ਨਾਲ ਧੱਕਾ ਹੁੰਦਾ ਆ, ਉਹ ਧੱਕਾ ਜਿਨ੍ਹਾਂ ਨਾਲ ਹੁੰਦਾ ਉਹਨਾਂ ਨਾਲ ਆਪਾਂ ਖੜਦੇ ਆ, ਖੜਨਾ ਵੀ ਚਾਹੀਦਾ ਆ। ਆਪਾਂ ਦੇਖਦੇ ਹੀ ਆ ਹੁਣ ਕਿੰਨੇ ਸਮੇਂ ਤੋਂ ਆਈਸ ਨੂੰ ਲੈ ਕੇ ਜਾਂ ਹੋਰ ਕਿੰਨੇ ਇਸ਼ੂ ਆ ਰਹੇ ਆ, ਤੁਹਾਡੇ ਨਾਲ ਸਾਂਝੇ ਕਰਦੇ ਆ। ਪਰ ਜਿੱਥੇ ਤੁਹਾਡੇ ਨਾਲ ਧੱਕਾ ਹੁੰਦਾ, ਉੱਥੇ ਵੀ ਬੋਲਿਆ ਕਰੋ। ਉੱਥੇ ਬਹੁਤ ਆਪਾਂ ਫਿਰ ਕਈ ਵਾਰ ਚੁੱਪ ਕਰ ਜਾਂਦੇ ਵੀ ਪਤਾ ਨਹੀਂ ਕੀ ਹੋਣਾ ਆ। ਸੋ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ। ਬਿੱਲ ਇੰਟਰੋਡਿਊਸ ਹੋ ਗਿਆ ਆ, ਤੇ ਘੱਟੋ ਘੱਟ ਸੋ ਇੱਕ ਵਾਰੀ ਜਾਂਦੇ ਫੇਰ ਦੱਸਦਾ, ਦੋਨੋਂ ਕਾਂਗਰਸਮੈਨਾਂ ਦੇ ਆਫਿਸਿਸ ਦੇ ਵਿੱਚ ਈਮੇਲ ਕਰੋ, ਥੈਂਕ ਯੂ ਕਰੋ, ਉਹਨਾਂ ਦਾ ਫੋਨ ਕਰ ਸਕਦੇ ਆ। ਜਿਹੜੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਆਪਣੀਆਂ ਕੋਈ ਕਲਚਰਲ ਆਰਗੇਨਾਈਜੇਸ਼ਨਸ ਆ, ਸਪੋਰਟਸ ਕਮੇਟੀਆਂ ਆ, ਉਹ ਵੀ ਜਿਹੜੇ ਲੈਟਰ ਆ ਉਹਨਾਂ ਨੂੰ ਲਿਖ ਸਕਦੇ ਆ। ਉਸ ਤੋਂ ਬਾਅਦ
ਤੇ ਜਦੋਂ ਬਿੱਲ ਦਾ ਨੰਬਰ ਮਿਲ ਗਿਆ ਸਾਰਾ ਕੁਝ, ਫਿਰ ਕਿਉਂਕਿ ਫਿਰ VOTING ਹੋਣੀ ਆ ਕਾਂਗਰਸ ਦੇ ਵਿੱਚ, ਤੇ ਉਸ ਟਾਈਮ ਤੇ ਫਿਰ ਸਾਨੂੰ ਸਾਰੇ ਜਿਹੜੇ ਕਾਂਗਰਸਮੈਨ ਆ ਉਹਨਾਂ ਨੂੰ ਕੰਟੈਕਟ ਕਰਨਾ ਪੈਣਾ ਆ। ਇਹ ਵੀ ਦੱਸਦੇ ਜਾਈਏ, ਜੋ ਇਹ ਬਿੱਲ ਇੰਟਰੋਡਿਊਸ ਕੀਤਾ ਗਿਆ ਹੈ ਨਾ ਤਾਂ ਕਿਸੇ ਦੇ ਧਰਮ ਦੇ ਉਲਟਾ, ਨਾ ਹੀ ਇਹ ਕਿਸੇ ਦੇ ਮੁਲਕ ਦੇ ਉਲਟਾ, ਸਿਰਫ ਸਿੱਖਾਂ ਦੀ ਜਿਹੜੀ ਸੇਫਟੀ ਆ, ਸਿੱਖਾਂ ਦੇ ਅਗੇਂਸਟ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਜੇ ਸਿੱਖਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਟਰਾਂਸਨੈਸ਼ਨਲ ਆਪਰੇਸ਼ਨ ਹੋ ਰਿਹਾ ਆ, ਉਹਦੇ ਸੰਬੰਧ ਦੇ ਵਿੱਚ ਇਹ ਬਿੱਲ ਹੈਗਾ। ਤੇ ਐਜੂਕੇਸ਼ਨ ਦੇਣ ਦੇ ਲਈ ਸਿੱਖ ਕੌਣ ਨੇ, ਇਹਨਾਂ ਦਾ ਜੀ ਕੀ ਜਿਹੜਾ ਉਹ ਰੋਲ ਆ ਉਸ ਚੀਜ਼ ਦੇ ਜੀ ਉੱਤੇ ਆ। ਸੋ ਇਹਨੂੰ ਟਵਿਸਟ ਕਰਨ ਦੀ ਉਹਨਾਂ ਨੇ ਕੋਸ਼ਿਸ਼ ਜਿਹੜੀ ਉਹ ਕਰਨੀ ਆ। ਸੋ ਮੇਕ ਸ਼ੋਰ ਕਰੋ ਵੀ ਆਪਾਂ ਇਸ ਨੂੰ ਫਾਈਟ ਬੈਕ ਵੀ ਜਿਹੜਾ ਨਾਲ ਦੇ ਨਾਲ ਕਰਨਾ, ਤੇ ਇਹਨੂੰ ਆਪਾਂ ਪਾਸ ਜਿਹੜਾ ਕਰਾਉਣਾ। ਸਿਰਫ ਤੇ ਸਿਰਫ ਇਸ ਦੇ ਵਿੱਚ ਐਂਟੀ ਸਿੱਖ ਹੇਟ ਤੇ ਡਿਸਕ੍ਰਿਮੀਨੇਸ਼ਨ ਡਿਫਾਈਨ ਕਰਕੇ ਟਾਸਕ ਫੋਰਸ ਜਿਹੜੀ ਉਹ ਬਣਾਉਣ ਦੀ ਕਵਾਇਦ ਆ, ਤੇ ਐਜੂਕੇਸ਼ਨ ਇਸ ਦੇ ਵਿੱਚ ਦੇਣ ਦੀ ਗੱਲ ਹੈਗੀ ਆ ਜੀ। ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਆ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA, ਪੰਜਾਬੀ TV USA।